ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਦਿਨ ਭਰ ਦੀਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਮਿੰਟੂ ਜੀ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਪ੍ਰਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਜੇਕਰ ਖਬਰ ਤੇ ਆਪਾਂ ਆਈਏ ਤਾਂ ਗੱਲ ਮਜੀਠੇ ਹਲਕੇ ਦੀ ਵਿਕਰਮ ਮਜੀਠੀਆ ਦੀ ਕਰਦੇ ਹਾਂ। ਵਿਕਰਮ ਮਜੀਠੀਆ ਹੋਣਾ ਦੇ ਹਲਕੇ ਦੇ ਵਿੱਚ ਅੱਜ ਖਾਸਾ ਤਾਂਤਾ ਲੱਗਾ ਰਿਹਾ ਪੁਲਿਸ ਦਾ। ਲਗਾਤਾਰ ਅਸੀਂ ਤਸਵੀਰਾਂ ਦੇਖ ਰਹੇ ਸੀ ਮਿੰਟੂ ਜੀ ਉੱਥੋਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪਹੁੰਚੀ ਹੋਈ ਹੈ। ਤੇ ਜਦੋਂ ਪੁਲਿਸ ਮੁਖੀ ਦੇ ਅੱਗੇ ਮਾਈਕ ਕੀਤਾ ਜਾਂਦਾ ਤਾਂ ਕਹਿੰਦੇ ਭਾਈ ਅਸੀਂ ਤਾਂ ਫੜਨ ਆਏ ਹਾਂ ਵਿਕਰਮ ਮਜੀਠੀਆ ਨੂੰ, ਕਿਉਂਕਿ ਉਹਨਾਂ ਨੇ ਕੱਲ ਹੱਲਾ ਗੁੱਲਾ ਕੀਤਾ। ਹੁਣ ਐਲਓਸੀ ਜਾਰੀ ਹੋ ਗਈ ਹੈ। ਚਿੰਤਾਵਾਂ ਗੱਲ ਇਹ ਵਧਾਉਂਦੀ ਹੈ ਵੀ ਭਾਈ ਇੱਧਰ ਮਜੀਠੀਏ ਦੇ ਹਲਕੇ 'ਚ ਤਾਂ ਪੁਲਿਸ ਨੇ ਰੱਛ ਪਾਇਆ, ਉਧਰ ਦਿਨ ਦਿਹਾੜੇ ਅੰਮ੍ਰਿਤਸਰ ਦੇ ਵਿੱਚ ਟਿਊਸ਼ਨ ਤੋਂ ਛੱਡ ਕੇ ਵਾਪਸ ਪਰਤ ਰਹੇ ਟੀਚਰ ਨੂੰ ਹੀ ਇੱਥੇ ਗਈ ਹੁੰਦੀ ਹੈ। ਬਿਲਕੁਲ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਕਿ ਲਾਅ ਐਂਡ ਆਰਡਰ ਸ਼ਾਇਦ ਪੁਲਿਸ ਨੇ ਰੱਬ ਦੇ ਹਵਾਲੇ ਕਰ ਦਿੱਤਾ ਹੈ ਕਿ ਤੁਸੀਂ ਸੰਭੋ ਰੱਬ ਜੀ, ਤੇ ਅਸੀਂ ਸਿਆਸਤਦਾਨਾਂ ਨੂੰ ਖੁਸ਼ ਕਰ ਲਈਏ। ਇਹਨਾਂ ਦੀ ਬਦਲਾਖੋਰੀ ਜਾਂ ਇਹਨਾਂ ਦੀ ਜੀ ਹਜ਼ੂਰੀ ਅਸੀਂ ਉਹ ਕਰਕੇ ਚੱਲਦੇ ਹਾਂ ਤੇ ਤੁਸੀਂ ਲਾਅ ਐਂਡ ਆਰਡਰ ਸੰਭਾਲੋ। ਬਿਲਕੁਲ ਬੜੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਗੁਰਪ੍ਰੀਤ, ਕਿ ਇੱਕ ਦੁਕਾਨਦਾਰ ਤੇ ਅੱਜ ਫਾਇਰਿੰਗ ਹੋਣ ਦੀ ਖਬਰ ਸੀ। ਇੱਕ ਟੀਚਰ ਨੂੰ ਤਾਂ ਬੜਾ ਬੇਰਹਿਮੀ ਨਾਲ ਮਾਰਿਆ ਨੇ, ਵੱਢ ਹੀ ਦਿੱਤਾ ਵਿਚਾਰੇ ਨੂੰ। ਯਾਨੀ ਨਾ ਪੁਲਿਸ ਸੁਰੱਖਿਅਤ, ਨਾ ਟੀਚਰ ਸੁਰੱਖਿਅਤ, ਨਾ ਆਮ ਆਦਮੀ ਸੁਰੱਖਿਅਤ। ਤੇ ਸੁਰੱਖਿਅਤ ਕੌਣ ਆ ਸਿਵਾਏ ਭਗਵੰਤ ਮਾਨ ਦੇ? ਸਾਨੂੰ ਤੇ ਨਹੀਂ ਲੱਗਦਾ ਕੋਈ ਸੁਰੱਖਿਅਤ ਹੈਗਾ ਸਿਵਾਏ ਇਹਨਾਂ ਦੇ ਮੰਤਰੀਆਂ ਤੋਂ, ਵਿਧਾਇਕਾਂ ਤੋਂ। ਸਾਨੂੰ ਤੇ ਨਹੀਂ ਲੱਗਦਾ ਕੋਈ ਸੁਰੱਖਿਅਤ ਹੈਗਾ। ਜਿਹੜੀ ਗੱਲ ਵਿਕਰਮ ਮਜੀਠੀਆ ਦੀ ਆ ਗੁਰਪ੍ਰੀਤ, ਵੀਕਐਂਡ ਹੋਣ ਕਰਕੇ ਸਾਨੂੰ ਥੋੜਾ ਜਿਹਾ ਭੂਮਿਕਾ 'ਚ ਜਾਣਾ ਪਵੇਗਾ, ਕਿਉਂਕਿ ਆਡੀਅנס ਦੇ ਵਿੱਚੋਂ ਬਹੁਤ ਸਾਰੇ ਲੋਕ ਕਈ ਵਾਰ ਖਬਰਾਂ ਤੋਂ ਆਫ ਹੋ ਜਾਂਦੇ ਨੇ, ਥੋੜਾ ਆਪਦੀ ਨਿੱਜੀ ਜ਼ਿੰਦਗੀ 'ਚ ਚਲੇ ਜਾਂਦੇ ਨੇ ਕਈ ਵਾਰ ਰੂਟੀਨ ਤੋਂ ਹਟ ਕੇ। ਅਸਲ 'ਚ ਕੀ ਆ ਕਿ ਇਹ ਗੱਲ ਸ਼ੁਰੂ ਹੁੰਦੀ ਆ ਇਲੈਕਸ਼ਨ ਵਾਲੇ ਦਿਨ। ਇਲੈਕਸ਼ਨ ਵਾਲੇ ਦਿਨ ਉੱਥੇ ਭੇੜ ਹੋਇਆ, ਚਲੋ ਨਤੀਜਾ ਆਇਆ। ਇੱਕ ਸੱਜਣ ਆ ਜੋਬਨ ਇਹਨਾਂ ਦਾ ਪੋਲਿੰਗ ਏਜੰਟ ਸੀਗਾ ਐਕਚੁਅਲ ਦੇ ਵਿੱਚ। ਚਲੋ ਝਗੜਾ ਹੋਇਆ ਤੇ ਨੈਕਸਟ ਡੇ ਇਹਦੇ ਤੇ ਪਰਚਾ ਦਰਜ ਕਰਦੇ ਨੇ ਚੈਨੀ ਲਾਉਣ ਦਾ। ਅਕਾਲੀਆਂ ਦੇ ਵੈਸੇ 10-15 ਬੰਦਿਆਂ ਤੇ ਮੁਕੱਦਮਾ ਦਰਜ ਹੈ, ਸ਼ਾਇਦ ਦਰਜਨ ਤੋਂ ਵੱਧ, ਚੈਨੀ ਲਾਉਣ ਦਾ। ਇਸ ਦੋਸ਼ ਤਹਿਤ ਜੋਬਨ ਨੂੰ ਪੁਲਿਸ ਚੱਕਦੀ ਆ। ਅੱਛਾ, ਪਹਿਲਾਂ ਤੇ ਕੁੱਤੇ ਲਾਗੇ ਨਹੀਂ ਲੱਗਣ ਦਿੰਦੇ, ਜਦੋਂ ਇਹ ਵਹਿੰਦੇ ਆ ਫਿਰ ਕੰਧਾਂ ਟੱਪ ਕੇ ਆਉਂਦੇ ਆ। ਉਹ ਸਾਰਾ ਕੁਝ ਸੀਸੀਟੀਵੀ 'ਚ ਕੈਦ ਹੋ ਜਾਂਦਾ ਤੇ ਜੋਬਨ ਬਾਰੇ ਪੁਲਿਸ ਕੁਝ ਨਹੀਂ ਦੱਸਦੀ। ਮਜੀਠੀਆ ਪ੍ਰੈਸ ਨੂੰ ਲੈ ਕੇ, ਆਪਦੇ ਸਮਰਥਕਾਂ ਨੂੰ ਲੈ ਕੇ ਥਾਣੇ ਜਾ ਵੜਦੇ ਆ। ਥਾਣੇ ਦੇ ਵਿੱਚ ਉਹਨੂੰ ਲੱਭਿਆ ਜਾਂਦਾ। ਔਰ ਕਮਾਲ ਦੀ ਗੱਲ ਆ ਕਿ ਜੋਬਨ ਹਵਾਲਾਤ ਦੀ ਬਜਾਏ ਬਈ ਥਾਣੇਦਾਰ ਦੇ ਘਰੋਂ ਬਰਾਮਦ ਹੁੰਦਾ ਹੈ। ਦੋਸ਼ ਤੇ ਇਹ ਵੀ ਆ ਕਿ ਉਹਦਾ ਮੂੰਹ ਬੰਨ ਕੇ ਉਸ ਵੇਲੇ ਉਹਨੂੰ ਰੱਖਿਆ ਗਿਆ ਸੀਗਾ। ਇਹ ਆਪਣੇ ਆਪ ਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਗੁਰਪ੍ਰੀਤ। ਜਦ ਕਿ ਇਹਨਾਂ ਨੇ ਕਿਹਾ, ਪੁਲਿਸ ਨੇ ਯਾਨੀ, ਕਿ ਭਾਈ ਅਸੀਂ ਜੋ ਲੀਗਲ ਪ੍ਰੋਸੀਜਰ ਸੀਗਾ ਉਸ ਨੂੰ ਫੋਲੋ ਕਰਕੇ ਇਹ ਸਾਰਾ ਕੁਝ ਕੀਤਾ ਹੈ। ਜਦ ਕਿ ਇਹਨਾਂ ਦਾ ਕਹਿਣਾ ਸੀਗਾ ਕਿ ਇਹ ਇਲੀਗਲ ਹਿਰਾਸਤ ਆ। ਖੈਰ ਚਲੋ, ਉਹਨੂੰ ਲੱਭਿਆ ਨੇ, ਮੀਡੀਆ ਦੇ ਸਾਹਮਣੇ ਪੇਸ਼ ਕੀਤਾ, ਲਿਆਉਣ ਵੀ ਜਾ ਰਹੇ ਸੀ, ਪਰ ਪੁਲਿਸ ਨੇ ਕਹਿ ਲਓ ਕਿ ਕਾਫੀ ਟਕਰਾਓ ਵਾਲੀ ਸਥਿਤੀ ਦਾ ਸਾਹਮਣਾ ਕਰਦਾ ਆ ਇਹਦੀ ਗ੍ਰਿਫਤਾਰੀ ਪਾ ਲਈ। ਹੁਣ ਹੁੰਦਾ ਕੀ ਅੱਗੇ ਜਾ ਕੇ?
ਨੈਕਸਟ ਡੇ ਇਸ ਸਾਰੀ ਕੁਵਤ ਤੋਂ ਬਾਅਦ, ਇਸ ਘਟਨਾਕ੍ਰਮ ਤੋਂ ਬਾਅਦ ਵਿਕਰਮ ਮਜੀਠੀਆ ਦੇ ਘਰੇ ਅੱਜ ਸਵੇਰੇ ਸਵੇਰੇ ਉਧਰੋਂ ਦਿਨ ਚੜ ਰਿਹਾ ਸੀ, ਹਫਤਾ ਚੜ ਰਿਹਾ ਸੀ, ਵਿਕਰਮ ਮਜੀਠੀਆ ਦੇ ਘਰ ਮੋਰੇ ਪੁਲਿਸ ਪਤਾ ਕਰਨ ਤੇ ਜੋ ਜਾਣਕਾਰੀ ਮਿਲੀ ਕਿ ਇਹ ਤੇ ਵਿਕਰਮ ਮਜੀਠੀਆ ਨੂੰ ਫੜਨ ਆਈ ਪੁਲਿਸ। ਫਿਰ ਜਦੋਂ ਹੋਰ ਵਧੇਰੇ ਜਾਣਕਾਰੀ ਲਈ ਗਈ ਤਾਂ ਪਤਾ ਲੱਗਿਆ ਕਿ ਜੋ ਥਾਣੇ ਦੇ ਵਿੱਚ ਹੱਲਾ ਗੁੱਲਾ ਹੋਇਆ ਉਹਦੇ 'ਚ ਮੁਕੱਦਮਾ ਦਰਜ ਹੋ ਗਿਆ ਤੇ ਇਹਨਾਂ ਦੇ ਤਕਰੀਬਨ 40 50 60 ਹੁਣ ਵੱਖੋ ਵੱਖਰਾ ਅੰਕੜਾ ਹੈ ਕਿ ਕਈ ਅਕਾਲੀ ਆਗੂਆਂ ਤੇ ਇਹਨਾਂ ਨੇ ਬਾਏ ਨੇਮ ਮੁਕੱਦਮਾ ਦਰਜ ਕਰ ਦਿੱਤਾ। ਉਸ ਤੋਂ ਬਾਅਦ ਅਚਾਨਕ ਵਿਕਰਮ ਮਜੀਠੀਆ ਦਾ ਫੋਨ ਸਵਿਚ ਆਫ ਹੋ ਜਾਂਦਾ ਹੈ, ਔਰ ਵਿਕਰਮ ਮਜੀਠੀਆ ਦੇ ਜਿਹੜੇ ਸੰਗੀ ਸਾਥੀ ਨੇ ਨੇੜ ਦੇ ਉਹਨਾਂ ਦਾ ਫੋਨ ਨੰਬਰ ਬੰਦ ਹੋ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਵਿਕਰਮ ਮਜੀਠੀਆ ਕਿਤੇ ਨਾ ਕਿਤੇ ਅੰਡਰਗਰਾਉਂਡ ਹੋ ਗਏ ਆ। ਫਿਰ ਖਬਰ ਆਉਂਦੀ ਹੈ ਕਿ ਮਜੀਠੀਆ ਦੇ ਘਰ ਦੇ ਬਾਹਰ ਪੁਲਿਸ ਤਾਂ ਪਹੁੰਚੀ, ਪਰ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਜਿਹੜਾ MLA ਹੋਸਟਲ ਆ ਉਹ ਤੋਂ ਇਲਾਵਾ 6 ਟਿਕਾਣਿਆਂ ਦੀ ਅੱਜ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ। ਬਾਅਦ ਦੇ ਵਿੱਚ ਪੁਲਿਸ ਨੇ ਮਜੀਠੀਆ ਦੇ ਫੜੇ ਨਾ ਜਾਣ ਦੇ ਬਾਅਦ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ, ਯਾਨੀ LOC ਜਾਰੀ ਕਰ ਦਿੱਤੀ ਕਿ ਮਜੀਠੀਆ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਅੱਛਾ, ਦੇਰ ਸ਼ਾਮ ਹੁਣ ਦੇਖੋ ਖਬਰਾਂ ਦਾ ਭੁਚਾਲ ਆਇਆ ਪਿਆ। ਦੇਰ ਸ਼ਾਮ ਇਹ ਖਬਰ ਆਉਂਦੀ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਲਿਆ ਅਕਾਲੀ ਦਲ ਨੇ। ਕਾਰਨ ਕਿ ਇਹਨਾਂ ਨੇ ਜਾ ਕੇ ਜੋਬਨ ਦੀ ਗ੍ਰਿਫਤਾਰੀ ਜਾਂ ਜਿਸ ਤਰ੍ਹਾਂ ਦਾ ਪ੍ਰੋਸੀਜਰ ਸੀਗਾ ਉਸ ਨੂੰ ਚੈਲੰਜ ਕੀਤਾ। ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਮਾਮਲਾ ਜਿਹੜਾ ਹੈ ਉਹ ਕੱਲ ਸੁਣਵਾਈ ਤੇ ਵੀ ਲੱਗ ਗਿਆ। SSP SHO ਇਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਹੋ ਗਿਆ। ਗੁਰਪ੍ਰੀਤ ਵੇਖੋ ਕਿੰਨਾ ਕੁਛ ਵਾਪਰ ਗਿਆ। ਇੱਥੇ ਹੀ ਖਬਰ ਖਤਮ ਨਹੀਂ ਹੁੰਦੀ। ਮਤੇ ਤੁਸੀਂ ਆਖੋ ਕਿ ਖਬਰ ਦਾ ਖੜਾ ਛੱਡ ਹੁਣ ਅੱਗੇ ਚਲੀਏ, ਨਹੀਂ, ਖਬਰ ਇਹ ਆਉਂਦੀ ਆ ਕਿ ਦੇਰ ਸ਼ਾਮ ਜਿਹੜੇ SSP ਰੂਰਲ ਸੀਗੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ। ਦੇਖੋ ਹੁਣ ਕਿਵੇਂ ਹੋ ਰਿਹਾ ਹੈ ਕਿ ਜਿੱਥੇ ਸਭ ਕੁਝ ਵਾਪਰਿਆ ਵਾ ਉਸ SSP ਦਾ ਤਬਾਦਲਾ ਕਰ ਦਿੱਤਾ। ਮਤਲਬ ਕਿ ਤੁਸੀਂ ਸਵੇਰ ਤੋਂ ਵੇਖੋ ਸ਼ਾਮ ਤੱਕ ਕਿੰਨੀਆਂ ਖਬਰਾਂ ਬਣ ਗਈਆਂ ਜੀ। ਅੱਛਾ, ਹੁਣ ਕੱਲ ਅਸਲ ਤੇ ਫੇਰ ਵਾਪਸ ਪਰਤਦੇ ਆ ਕਿ ਯਾਰ ਇਹ ਨੌਬਤ ਹੀ ਕਿਉਂ ਆਈ। ਪਹਿਲੀ ਗੱਲ ਇਹ ਆ ਕਿ ਕੀ ਇਹ ਪਰਚਾ ਸਹੀ ਦਰਜ ਕੀਤਾ ਗਿਆ ਜੋਬਨ ਵਾਲਾ। ਦੂਜੀ ਗੱਲ ਕਿ ਜੋ ਲੀਗਲ ਪ੍ਰੋਸੀਜਰ ਹੈ ਗ੍ਰਿਫਤਾਰੀ ਦਾ ਸਾਰਾ ਫੋਲੋ ਕੀਤਾ ਗਿਆ। ਜੇ ਫੋਲੋ ਕੀਤਾ ਗਿਆ ਸੀ ਤੇ ਉਹਨੂੰ ਕਮਰੇ 'ਚ ਏਦਾਂ ਬੰਦੀ ਬਣਾ ਕੇ ਕਿਉਂ ਰੱਖਿਆ ਗਿਆ, ਹਵਾਲਾਤ 'ਚ ਕਿਉਂ ਨਹੀਂ? ਬੜੇ ਵੱਡੇ ਸਵਾਲ ਆ। ਫਿਰ ਵਿਕਰਮ ਮਜੀਠੀਆ ਨੂੰ ਵੀ ਕੀ ਲੋੜ ਪਈ ਆ ਅਨਿਲ ਕਪੂਰ ਨਾਇਕ ਵਾਲਾ ਉਹ ਬਣਨ ਦੀ ਕਿ ਤੁਸੀਂ ਇੱਕ ਸਿੰਪਲ ਅਦਾਲਤ ਦੇ ਵਿੱਚ ਅਰਜ਼ੀ ਲਾਓ ਕਿ ਸਾਡਾ ਬੰਦਾ ਪੁਲਿਸ ਨੇ ਕਿਡਨੈਪ ਕਰ ਲਿਆ, ਸਾਡਾ ਬੰਦਾ ਇਲੀਗਲ ਹਿਰਾਸਤ ਦੇ ਵਿੱਚ ਆ, ਉਹ ਵਾਰੰਟ ਅਫਸਰ ਭੇਜ ਦੇਣ। ਤਾਂ ਹੁਣ ਜਿਹੜਾ ਦੇਖੋ FIR ਤੇ ਸਾਹਮਣੇ ਨਹੀਂ ਆਈ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਧਾਰਾ ਲਾਈਆਂ ਗਈਆਂ ਨੇ। ਮੈਨੂੰ ਲੱਗਦਾ ਹੈ ਕਿ ਸਖਤ ਕੇਸ ਬਣਾਉਣਗੇ। ਤਲਵੀਰ ਸਿੰਘ ਤੇ ਬੋਲ ਰਿਹਾ ਸੀ, ਉਹ ਕਹਿੰਦਾ ਕਿ ਹੁਣ ਵਿਕਰਮ ਮਜੀਠੀਆ ਕਿਹੜੇ ਬੈੱਡ ਥੱਲੇ ਲੁਕ ਗਿਆ, ਹੁਣ ਤੇ ਫੋਨ ਬੰਦ ਹੋ ਗਏ ਨੇ, ਆ ਜਰਾ ਮੈਦਾਨ ਦੇ ਵਿੱਚ। ਯਾਨੀ ਇੱਥੋਂ ਤੱਕ ਤਲਵੀਰ ਸਿੰਘ ਗਿੱਲ ਨੇ ਆਖ ਦਿੱਤਾ, ਜਿਹੜੇ ਪੁਰਾਣੇ ਸਾਥੀ ਨੇ ਵਿਕਰਮ ਮਜੀਠੀਆ ਦੇ, ਕਿ ਭਾਈ ਜੇ ਤੇਰੇ ਡਿਬਰੂਗੜ੍ਹ ਵਾਲੇ ਚੌਲ ਲੇਖਾਂ 'ਚ ਹੋਏ ਤਾਂ ਖਾਣੇ ਹੀ ਪੈਣਗੇ। ਇਹਦਾ ਮਤਲਬ ਹੈ ਕਿ ਕੁਝ ਵੀ ਹੋ ਸਕਦਾ। ਹੁਣ ਗੱਲ ਇਹ ਆ ਕਿ ਵਿਕਰਮ ਮਜੀਠੀਆ ਨੂੰ ਪਤਾ ਕਿ ਜੇ ਮੈਂ ਤੱਤੇ ਘਾਹ ਆ ਗਿਆ ਕਾਬੂ ਤੇ ਇਹਨਾਂ ਨੇ ਚੰਗੀਆਂ ਧਾਰਾ ਠੋਕ ਕੇ ਤੇ ਮੱਕੂ ਠੱਪ ਦੇਣਾ। ਇਸ ਵਾਸਤੇ ਵਿਕਰਮ ਮਜੀਠੀਆ ਐਂਡ ਉਹਨਾਂ ਦੇ ਬਹੁਤ ਕਲੋਜ਼ ਬੰਦੇ ਜਿਹੜੇ ਆ ਉਹ ਆਸੇ ਪਾਸੇ ਹੋ ਗਏ। ਗੁਰਪ੍ਰੀਤ ਹੁਣ ਇਹ ਦੇਖਣਾ ਹੋਏਗਾ ਕਿ ਮਾਜਰਾ ਅਗਾਂਹ ਕਿੱਥੋਂ ਤੱਕ ਜਾਂਦਾ। ਬੜੀ ਵੱਡੀ ਖਬਰ ਬਣ ਗਈ ਹੈ ਤੇ ਜਿੱਦਾਂ ਕਹਿ ਲਈਏ ਨਾ ਕਿ ਸਿਆਸਤ ਦੇ ਵਿੱਚ ਭੁਚਾਲ ਆ ਗਿਆ। ਤਾਂ ਉਧਰ ਰਤਨ ਵਾਲਾ ਕੇਸ ਹਾਲੇ ਚੱਲਦਾ ਹੀ ਸੀ, ਉਹ ਦੱਬਿਆ ਗਿਆ। ਇਧਰ ਮਜੀਠੀਆ ਵਾਲਾ ਕੇਸ ਚੱਲ ਪਿਆ। ਹੁਣ ਇਹ ਕੇਸ ਜਿਹੜਾ ਹੈ ਉਹ ਗਾਂ ਕਿਹਦੇ ਲੇਖ ਸਹੀ ਕਰਦਾ ਕਿਹਦੇ ਗਲਤ ਕਰਦਾ ਸਮਾਂ ਦੱਸੇਗਾ। ਪਰ ਬਹੁਤ ਵੱਡੀ ਖਬਰ ਬਣ ਗਈ। ਸ਼ਾਮ ਤੱਕ ਤੁਸੀਂ ਵੇਖੋ ਕਿ ਕਿੰਨੀ ਹਿਲ ਜੁਲ, ਕਿੰਨੀਆਂ ਤਬਾਦਲੇ ਤੱਕ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਤਾਂ ਬਹਰਹਾਲ ਹੁਣ ਸਾਰੀ ਗੇਂਦ ਜਿਹੜੀ ਆ ਉਹ ਇੱਕ ਵਾਰੀ ਤਾਂ ਕਹਿ ਲਓ ਹਾਈ ਕੋਰਟ ਦੇ ਪਾਲੇ ਦੇ ਵਿੱਚ ਆ। ਜੋਬਨ ਵਾਲੇ ਮਾਮਲੇ 'ਚ ਕੀ ਵਿਕਰਮ ਮਜੀਠੀਆ ਵੀ ਪੁਲਿਸੀਆ ਕਾਰਵਾਈ ਨੂੰ ਚੈਲੰਜ ਕਰਨਗੇ? ਵੱਡਾ ਸਵਾਲ। ਤੇ ਇਹ ਹੁਣ ਦੇਖਣਾ ਹੋਏਗਾ ਅੱਗੇ ਕੀ ਬਣਦਾ। ਗੁਰਪ੍ਰੀਤ ਦਿਲਚਸਪ ਰਹੀ ਇਹ ਸਾਰੀ ਖਬਰ ਜਿਹੜੀ ਅੱਜ ਦਿਨ ਭਰ ਦੀ।
ਜੀ ਬਿਲਕੁਲ ਬਿਲਕੁਲ, ਇਸ ਸਭ ਦੇ ਵਿੱਚ ਅਣਗੌਲੇ ਜਾ ਰਹੇ ਨੇ ਪੰਜਾਬ ਦੇ ਗੰਭੀਰ ਮੁੱਦੇ। ਉਧਰ ਟੀਚਰ ਕੁੱਟ ਖਾਈ ਜਾਂਦੇ ਨੇ, ਇਹਨਾਂ ਦੀਆਂ ਪਾਣੀ ਦੀਆਂ ਬੁਛਾੜਾਂ ਝੱਲੀ ਜਾਂਦੇ ਨੇ, ਪਰ ਇਹ ਆਪਸੀ ਬਦਲਾਖੋਰੀ ਦੇ ਵਿੱਚ ਏਦਾਂ ਲੀਨ ਨੇ। ਡੀਏ ਬਾਰੇ ਮੂੰਹ ਨਹੀਂ ਖੋਲਣਾ, ਉੱਥੇ ਕਹਿ ਦੇਣਾ ਵੀ ਭਾਈ ਇਹ ਸਾਡਾ ਤਾਂ ਐਕਸਪੈਂਡੀਚਰ ਜਿਹੜਾ ਉਹ ਵੱਧ ਹੈ ਸਾਡੇ ਆਮਦਨ ਦੇ ਨਾਲੋਂ। ਤੇ ਉਦਾਂ ਜੇਕਰ ਕੋਈ ਪ੍ਰੈਸ ਕਾਨਫਰੰਸ 'ਚ ਪੁੱਛ ਲਵੇ ਵੀ ਭਾਈ ਤੁਹਾਡੇ ਖਜ਼ਾਨੇ ਦਾ ਕੀ ਹਾਲ ਹੈ, ਤਾਂ ਕਹਿੰਦੇ ਵੀ ਸਾਡੇ ਤਾਂ ਭਾਈ ਖਜ਼ਾਨੇ ਖੁੱਲੇ ਨੇ। ਇਹ ਤਾਂ ਪਹਿਲੇ ਸੀ ਜਿਹੜੇ ਕਹਿੰਦੇ ਸੀ ਸਾਡੇ ਕੋਲ ਕੁਝ ਨਹੀਂ ਹੈਗਾ, ਸਾਡੇ ਕੋਲ ਤਾਂ ਖਜ਼ਾਨਾ ਭਰਪੂਰ ਹੈ। ਇਦਾਂ ਦੀਆਂ ਗੱਲਾਂ ਨਹੀਂ ਕਹਿੰਦੇ ਕਰੀ ਦੀਆਂ। ਕੋਰਟ 'ਚ ਜਾ ਕੇ ਜੋ ਮਰਜ਼ੀ ਕਹੀ ਜਾਣ, ਜਿੱਦਾਂ ਲੋਕਾਂ ਨੂੰ ਪਤਾ ਨਾ ਲੱਗਦਾ ਹੋਵੇ ਵੀ ਕੋਰਟ 'ਚ ਤੁਸੀਂ ਜਿਹੜੇ ਪੇਪਰ ਦੇ ਰਹੇ ਹੋ ਉਹ ਲੋਕਾਂ ਤੱਕ ਪਹੁੰਚਦੇ ਨਾ ਹੋਣ। ਖੈਰ, ਇਸ ਤੋਂ ਅੱਗੇ ਵਧੀਏ ਤਾਂ ਗੱਲ ਰਵਨੀਤ ਬਿੱਟੂ ਹੁਣਾਂ ਦੀ ਵੀ ਨਾਲ ਹੀ ਕਰ ਲੈਂਦੇ ਆ। ਰਵਨੀਤ ਬਿੱਟੂ ਹੁਣੀ ਵੀ ਪੰਜਾਬ ਦੇ ਹੱਕ 'ਚ ਤਾਂ ਕੁਝ ਨਹੀਂ ਕਰ ਰਹੇ। ਖੈਰ, ਕਰਨਗੇ ਵੀ ਕਿਉਂ, ਕਿਉਂਕਿ ਉਹ ਤਾਂ ਰਾਜਸਥਾਨ ਤੋਂ ਨੇ ਨਾ ਹੁਣ। ਖੈਰ, ਕਮਿਸ਼ਨ ਨੇ ਤਲਬ ਕੀਤਾ ਉਹਨਾਂ ਨੂੰ। ਦੇਖੋ, ਰਵਨੀਤ ਬਿੱਟੂ ਦਾ ਵੀ ਬਖੇੜਾ ਇਹੋ ਰੌਲਾ ਉਹ ਜੀ ਪੁਲਿਸ ਦੇ ਨਾਲ, ਪਰ ਰਵਨੀਤ ਬਿੱਟੂ ਤੇ ਕੋਈ ਪੁਲਿਸੀਆ ਕਾਰਵਾਈ ਨਹੀਂ ਕੀਤੀ ਗਈ। ਇੰਟਰਸਟਿੰਗ ਗੱਲ ਦੇਖੋ ਤੁਸੀਂ, ਬਿਲਕੁਲ। ਉਲਟਾ ਰਵਨੀਤ ਬਿੱਟੂ ਦੇ ਮਾਮਲੇ 'ਚ ਇੱਕ ਦਿਲਚਸਪ ਤੱਥ ਮੈਂ ਤੁਹਾਨੂੰ ਦੱਸਦਾ ਅੱਗੇ ਜੀ ਚੱਲ ਕੇ। ਅੱਛਾ, ਇਹਨਾਂ ਨੇ ਜਿੱਦਣ ਪੁਲਿਸ ਦੇ ਨਾਲ ਬਹਿਸ ਵਸਈਆ ਕੀਤਾ ਸੀ, ਤੁਹਾਨੂੰ ਯਾਦ ਹੋਣਾ ਜਿਸ ਦਿਨ ਵੋਟਾਂ ਪੈ ਰਹੀਆਂ ਸੀਗੀਆਂ, ਉਹਤੇ ਜੀ ਬਾਅਦ ਕੀ ਹੁੰਦਾ ਹੈ ਕਿ ਇਹਨਾਂ ਦਾ ਜਿਹੜਾ ਲਾਈਵ ਸੀ ਉਹਦੇ ਵਿੱਚ ਇਹ ਫਸ ਗਏ। ਇਹਨਾਂ ਨੇ ਐਸਸੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕੁਝ ਜਿਹੜੇ ਕਬੋਲ ਬੋਲੇ ਸਨ, ਕਬੋਲ ਬੋਲੇ। ਜੀ ਅੱਛਾ, ਉਹ ਜਦੋਂ ਮਾਮਲਾ ਬਣਿਆ, ਅੱਛਾ ਤੁਸੀਂ ਹੁਣ ਇੱਕ ਗੱਲ ਵੇਖੋ ਗੁਰਪ੍ਰੀਤ, ਕਿ ਜੀ ਇਹ ਚੀਜ਼ ਤੇ ਜੇ ਆਪਾਂ ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਵੇਖਦੇ ਆ ਕਿ ਉਹਨਾਂ ਨੇ ਤੇ ਚਲੋ ਇਹ ਸਾਰੀਆਂ ਚੀਜ਼ਾਂ ਤੇ ਰਾਜਨੀਤੀ ਕਰਨੀ ਆ, ਇਹ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਉਲਟ ਚਲੇ ਗਏ। ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਨੈਰੇਟਿਵ ਬਣਾਉਣ ਦਾ ਯਤਨ ਕੀ ਆ ਪੰਜਾਬ 'ਚ, ਜੱਟ ਵਰਸਸ ਅਦਰਸ, ਯਾਨੀ ਜੀ 32% ਐਸਸੀ, 30% OBC ਪਲੱਸ ਹਿੰਦੂ ਪਲੱਸ ਡੇਰੇ। ਤਾਂ ਇਦਾਂ ਦਾ ਹੀ ਸੋਸ਼ਲ ਇੰਜੀਨੀਅਰਿੰਗ ਵੇਖਣ ਨੂੰ ਮਿਲ ਰਹੀ ਆ। ਤਾਂ ਇਹਨਾਂ ਨੇ ਕੀ ਕੀਤਾ, ਰਵਨੀਤ ਬਿੱਟੂ ਹੋਰਾਂ ਨੇ ਜੋ ਅਪਸ਼ਬਦ ਬੋਲੇ, ਤਾਂ ਉਹਦੇ ਵਿੱਚ ਫਿਰ ਗੜੀ ਸਾਹਿਬ ਨੇ ਇਹਦਾ ਨੋਟਿਸ ਲੈ ਲਿਆ। ਹੁਣ ਜਦੋਂ ਆਪਣੇ ਆਪ ਨੂੰ ਫਸਿਆ ਵੇਖਿਆ ਰਵਨੀਤ ਬਿੱਟੂ ਹੋਰਾਂ ਨੇ, ਫਿਰ ਹੋ ਸਕਦਾ ਕਿ ਇੰਟਰਨਲ ਭਾਜਪਾ ਦੇ ਵਿੱਚ ਵੀ ਕੋਈ ਰੌਲਾ ਪਿਆ ਹੋਵੇ। ਜੀ ਇਹਨਾਂ तमाम ਹਾਲਾਤ ਦੇ ਮੱਦੇਨਜ਼ਰ ਰਵਨੀਤ ਬਿੱਟੂ ਨੇ ਅੱਜ ਬੇਝਿਜਕ ਮਾਫੀ ਮੰਗ ਲਈ। ਜੀ ਹੁਣ ਜਿਸ ਵੇਲੇ ਮਾਫੀ ਮੰਗੀ ਰਵਨੀਤ ਬਿੱਟੂ ਨੇ, ਤਾਂ ਉਸ ਵੇਲੇ ਇੱਕ ਚੀਜ਼ ਹੋਰ ਸਾਹਮਣੇ ਆ ਗਈ ਕਿ ਗੜੀ ਸਾਹਿਬ ਹੋਰਾਂ ਨੇ ਇਹਨੂੰ ਤਲਬ ਕਰ ਲਿਆ 4 ਤਰੀਕ ਵਾਸਤੇ। 4 ਵਾਸਤੇ ਮਤਲਬ ਰਵਨੀਤ ਬਿੱਟੂ ਤਲਬ ਕਰ ਲਿਆ ਗਿਆ। ਹੁਣ ਰਵਨੀਤ ਬਿੱਟੂ ਉੱਥੇ ਜਵਾਬ ਕੀ ਦਿੰਦੇ ਆ ਕੀ ਨਹੀਂ, ਵੈਸੇ ਉਹਨਾਂ ਦਾ ਜਵਾਬ ਤੇ ਬਣ ਗਿਆ ਕਿ ਜੀ ਵੇਖੋ ਮੈਂ ਜਨਤਕ ਤੌਰ ਤੇ ਮਾਫੀ ਮੰਗ ਚੁੱਕਾ। ਹੋ ਸਕਦਾ ਉੱਥੇ ਕੋਈ ਥੋੜੇ ਬਹੁਤੇ ਆਰਗੂਮੈਂਟਸ ਹੋਣ ਜਾਂ ਇਹਨਾਂ ਬੰਨਿਓ ਕੋਈ ਉਧਰ ਕੋਈ ਲੀਗਲ ਨੁਮਾਇੰਦਾ ਪੇਸ਼ ਹੋ ਜਾਵੇ। ਪਰ ਇਸ ਦੇ ਨਾਲ ਇੱਕ ਬੜੀ ਦਿਲਚਸਪ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ, ਉਹ ਚੀਜ਼ ਵਾਪਰਦੀ ਹੈ ਇਸ ਸਾਰੇ ਐਪੀਸੋਡ ਦੇ ਦਰਮਿਆਨ। ਸਭ ਨੂੰ ਪਤਾ ਹੈ ਕਿ ਅਮਨ ਅਰੋੜਾ ਤੇ ਭਗਵੰਤ ਮਾਨ ਹੋਰਾਂ ਦੀ ਆਪੋ ਵਿੱਚ ਨਹੀਂ ਬਣਦੀ, ਜੀ ਤੇ ਭਗਵੰਤ ਮਾਨ ਅਤੇ ਰਵਨੀਤ ਬਿੱਟੂ ਦੀ ਕਿਸੇ ਟਾਈਮ ਬਹੁਤ ਬਣਦੀ ਸੀ। ਹੁੰਦਾ ਜੀ ਕੀ ਆ ਕਿ ਜਿਸ ਵੇਲੇ ਅਮਨ ਅਰੋੜਾ ਸਵਾਲ ਚੁੱਕਦੇ ਆ ਰਵਨੀਤ ਬਿੱਟੂ ਹੋਰਾਂ ਦੀ ਜੋ ਪੁਲਿਸ ਦੇ ਨਾਲ ਮੁੱਠਭੇੜੀ ਇੱਕ ਤਰ੍ਹਾਂ ਨਾਲ ਕਹਿ ਲਓ ਹੋਈ ਆ, ਜੋ ਭੇੜ ਹੋਇਆ ਉਹਦੇ ਤੇ, ਤਾਂ ਰਵਨੀਤ ਬਿੱਟੂ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਕੱਢ ਲਿਆਉਂਦੇ ਆ ਕਿ ਇਹਨਾਂ ਦੇ ਬਾਪ ਨੇ ਖੁਦਕੁਸ਼ੀ ਕੀਤੀ ਸੀ। ਜੀ ਤੇ ਦਬਾਅ ਜਿਹੜਾ ਸੀਗਾ ਅਮਨ ਅਰੋੜਾ ਆਪਦੇ ਬਾਪ ਤੇ ਪਾਉਂਦਾ ਸੀਗਾ ਕਿ ਟਰਾਂਸਪੋਰਟ ਮੇਰੇ ਨਾਮ ਕਰਵਾ, ਤੇ ਮਾਂ ਦੇ ਜਾਲੀ ਦਸਤਖਤ ਕਰਵਾ ਕੇ ਬਈ ਇਹ ਟਰਾਂਸਪੋਰਟ ਜਿਹੜੀ ਹੈ ਇਹਨਾਂ ਦੇ ਨਾਂ ਟਰਾਂਸਫਰ ਹੋਈ। ਉਸ ਤੋਂ ਬਾਅਦ ਇਹ ਆਪਦੀ ਭੈਣ ਦੇ ਘਰ ਕਬਜ਼ਾ ਲੈਣ ਚਲਾ ਗਿਆ। ਇਦਾਂ ਦੀਆਂ ਗੱਲਾਂ ਕੀਤੀਆਂ ਤੇ ਇਹਦਾ ਜਵਾਬ ਦਿੱਤਾ ਮਿਸਟਰ ਅਰੋੜਾ ਨੇ, ਤੇ ਉਹਦੇ ਵਿੱਚ ਉਹਨੇ ਆਪਣੇ ਜੀਜਾ ਨੂੰ ਖੱਚ ਕਹਿ ਦਿੱਤਾ ਮਿਸਟਰ ਅਰੋੜਾ ਨੇ। ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਅਮਨ ਅਰੋੜਾ ਦਾ ਜੀਜਾ ਹੈ ਦੀਪਾ, ਰਜਿੰਦਰ ਦੀਪਾ, ਜੋ ਇਸ ਵਕਤ ਕਾਂਗਰਸ ਦੇ ਵਿੱਚ ਆ, ਉਹਨੇ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੱਤਾ ਕਿ ਮੈਂ ਉਹੀ ਖੱਚ ਆ ਜਿਹਦੇ ਕੋਲ ਤੂੰ ਪੜ੍ਹਾਈ ਲਿਖਾਈ ਕਰਦਾ ਰਿਹਾ ਰਹਿ ਕੇ, ਜਿਹੜਾ ਤੇਰੀਆਂ ਐਡਮਿਸ਼ਨਾਂ ਤੱਕ ਕਰਾਉਂਦਾ ਰਿਹਾ, ਜਿਹੜਾ ਤੇਰਾ ਵਿਚੋਲਾ ਹੈ। ਯਾਨੀ ਜੋ ਨਿੱਜੀ ਜ਼ਿੰਦਗੀ ਦੇ ਬੰਦ ਪੱਤਰੇ ਸੀ ਉਹ ਖੁੱਲ ਗਏ। ਗੁਰਪ੍ਰੀਤ, ਇੰਟਰਸਟਿੰਗ ਐਪੀਸੋਡ ਆ ਕਿ ਮਸਲਾ ਰਵਨੀਤ ਬਿੱਟੂ ਤੱਕ ਮਹਿਦੂਦ ਨਾ ਹੁੰਦਾ ਹੋਇਆ, ਨਾ ਰਹਿੰਦਾ ਹੋਇਆ,
ਅਮਨ ਅਰੋੜਾ ਦੀ ਨਿੱਜੀ ਜ਼ਿੰਦਗੀ ਤੱਕ ਚਲਾ ਗਿਆ। ਜੀ ਤਾਂ ਹੁਣ ਰਵਨੀਤ ਬਿੱਟੂ ਦਾ ਜੇ ਨਵੇੜਾ ਹੋ ਜਾਂਦਾ ਹੈ ਤਾਂ ਤੁਸੀਂ ਵੇਖੋ ਕਿ ਅਮਨ ਅਰੋੜਾ ਦੀ ਜ਼ਿੰਦਗੀ ਦੀ ਜਿਹੜੀ ਬੰਦ ਪਈ ਕਹਾਣੀ ਸੀਗੀ ਉਹ ਲੋਕਾਂ ਨੂੰ ਪਤਾ ਲੱਗ ਗਿਆ। ਇਸ ਐਪੀਸੋਡ ਦੇ ਵਿੱਚ, ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇਹ ਬੜੀ ਦਿਲਚਸਪ ਗੱਲ ਸੀਗੀ ਕਿ ਅਮਨ ਅਰੋੜਾ ਦਾ ਵੀ ਖਿਲਾਰਾ ਜਿਹੜਾ ਹੈ ਉਹ ਰਵਨੀਤ ਬਿੱਟੂ ਹੋਰਾਂ ਨੇ ਪਾ ਦਿੱਤਾ ਜੀ। ਜੀ ਬਿਲਕੁਲ। ਇਸ ਤੋਂ ਅੱਗੇ ਆਪਾਂ ਜੇਕਰ ਵਧੀਏ ਤਾਂ ਉਧਰ ਪੰਜਾਬ ਸਰਕਾਰ ਨੇ ਅੱਜ ਤਬਾਦਲਿਆਂ ਦੇ ਸੰਬੰਧ 'ਚ ਇੱਕ ਫੈਸਲਾ ਲਿਆ ਹੈ। ਕੀ ਕਹਿੰਦਾ ਹੈ ਇਹ ਫੈਸਲਾ? ਹਾਂਜੀ ਦੇਖੋ, ਇਹਨਾਂ ਨੇ ਮੇਰੇ ਖਿਆਲ ਦੇ ਨਾਲ 15 ਜੂਨ ਇੱਕ ਜਿਹੜੀ ਟਰਾਂਸਫਰ ਪਾਲਿਸੀ ਹੈ ਉਹ ਕਰ ਦਿੱਤੀ ਹੈ ਕਿ ਭਾਈ ਤੁਸੀਂ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਇਹ ਤਬਾਦਲੇ ਨੇ ਜਾਂ ਜਿਹੜੀਆਂ ਬਦਲੀਆਂ ਨੇ ਉਹ ਨਹੀਂ ਹੋਊਗੀਆਂ। ਹੋਰ ਵੀ ਕੁਝ ਫੈਸਲੇ ਇਹਨਾਂ ਨੇ ਲਏ ਨੇ। ਅੱਜ ਤੁਹਾਨੂੰ ਪਤਾ ਹੀ ਆ ਕੈਬਨਿਟ ਦਾ ਦਿਨ ਭਰ ਦਾ ਅੱਜ ਰੁਝੇਵਾਂ ਸੀਗਾ। ਕੈਬਨਿਟ ਦੀ ਮੀਟਿੰਗ ਹੋਈ ਆ। ਪ੍ਰਮੋਸ਼ਨ ਦੀ ਜਿਹੜੀ ਹੈਗੀ ਸੀਗੀ ਸਮਾਂ ਹੱਦ ਉਹਨੂੰ ਘਟਾ ਦਿੱਤਾ। ਫਿਰ ਇਸ ਤੋਂ ਇਲਾਵਾ ਜਿਹੜੇ ਚੁਣਾਵੀ ਕਾਨੂੰਗੋ ਹੈ ਉਹ ਤਹਿਸੀਲਦਾਰ ਬਣਾਏ ਜਾ ਸਕਣਗੇ। ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਹੁਣ ਇਹਦੇ 'ਚ ਇਹਨਾਂ ਨੇ ਜੋ ਬਦਲੀਆਂ ਵਾਲਾ ਮਾਮਲਾ ਕੀਤਾ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇਗਾ ਉਸ ਤੋਂ ਪਹਿਲਾਂ ਇਹਨਾਂ ਨੇ 65,000 ਮੁਲਾਜ਼ਮਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਸੀਗਾ ਕਿ 65,000 ਤੋਂ ਜਿਹੜੇ ਜ਼ਿਆਦਾ ਕੱਚੇ ਆਊਟਸੋਰਸ ਠੇਕਾ ਆਧਾਰਿਤ ਕਰਮਚਾਰੀ ਆ ਇਹਨਾਂ ਨੂੰ ਰੈਗੂਲਰ ਕੀਤਾ ਜਾਏਗਾ। ਸਰਕਾਰ ਦਾ ਇਹ ਐਲਾਨ ਸੀਗਾ ਕਿ ਆਰਡੀਨੈਂਸ ਅਸੀਂ ਭੇਜ ਦਿੱਤਾ ਵਾ। ਸਰਕਾਰ ਆਰਡੀਨੈਂਸ ਰਾਜਪਾਲ ਨੂੰ ਭੇਜ ਚੁੱਕੀ ਆ ਤੇ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਏਗਾ। ਯਾਨੀ ਕੱਚੇ ਮੁਲਾਜ਼ਮਾਂ ਨੂੰ ਇਹਨਾਂ ਨੇ ਖੁਸ਼ ਕਰਨ ਦਾ ਯਤਨ ਕੀਤਾ ਤੇ ਨਾਲ ਹੀ ਇਸ ਦੇ ਅੱਜ ਜੁਲਾਈ ਮਿੱਥ ਦਿੱਤੀ ਗਈ ਆ ਕਿ ਔਰਤਾਂ ਨੂੰ ਇਸ ਮਹੀਨੇ ਤੋਂ ਜੋ 1000 ਤੋਂ 1500 ਰੁਪਇਆ ਮਿਲਣਾ ਸਟਾਰਟ ਹੋ ਜਾਏਗਾ। ਅੱਛਾ ਗੁਰਪ੍ਰੀਤ, ਆਪਾਂ ਬਦਲੀਆਂ ਤੇ ਆਈਏ ਇੱਕ ਵਾਰੀ। ਇਸ ਸਰਕਾਰ ਦੇ ਵਿੱਚ ਤੇ ਪਿਛਲੀ ਸਰਕਾਰ ਦੇ ਵਿੱਚ, ਇਹਨਾਂ ਦੋ ਸਰਕਾਰਾਂ ਦੇ ਵਿੱਚ ਬਦਲੀਆਂ ਦਾ ਬਹੁਤ ਬੁਰਾ ਹਾਲ ਆ। ਇਹ ਕਹਿੰਦੇ ਆ ਕਿ ਬਈ ਅਸੀਂ ਇਦਾਂ ਕਰ ਦਿੱਤਾ, ਉਦਾਂ ਕਰ ਦਿੱਤਾ, ਕਿ ਜਿੱਦਾਂ ਹੁਣ ਇਹ ਕਹਿੰਦੇ ਕਿ ਤੁਸੀਂ ਅਪਲਾਈ ਕਰੋ, ਫਿਰ ਉਸ ਤੋਂ ਬਾਅਦ ਤੁਸੀਂ ਜੇ ਮੰਨ ਲਓ ਕੋਈ ਦਰਖਾਸਤ ਦਿੰਦੇ ਹੋ ਬਦਲੀ ਦੀ ਤਾਂ ਉਸ ਸੂਰਤ ਦੇ ਵਿੱਚ ਖਾਸ ਤੌਰ ਤੇ ਵਿਚਾਰਿਆ ਜਾ ਸਕਦਾ ਹੈ। ਉਹ ਵੀ ਉਦੋਂ ਜਦੋਂ ਪਰਸਨਲ ਮਹਿਕਮਾ ਜਿਹੜਾ ਉਹ ਚੰਗੀ ਤਰ੍ਹਾਂ ਚੈੱਕ ਕਰੇਗਾ ਕਿ ਕੀ ਇਹਦੀ ਮੰਗ ਜਿਹੜੀ ਜਾਇਜ਼ ਹੈ, ਜੈਨੂਇਨ ਆ। ਦੇਖੋ ਗੁਰਪ੍ਰੀਤ, ਇਹ ਇੱਕ ਬਹੁਤ ਵੱਡਾ ਸਕੈਮ ਬਣ ਚੁੱਕਾ ਤਬਾਦਲਿਆਂ ਦਾ। ਤਬਾਦਲੇ ਹੁੰਦੇ ਨੇ ਜਿਹੜੇ ਬੰਦੇ ਜੈਨੂਇਨ ਆ, ਅਸੀਂ ਵੀ ਕਿਉਂਕਿ ਇਹਨਾਂ ਚੱਕਰਾਂ 'ਚ ਹੀ ਰਹਿੰਦੇ ਆ, ਤੁਹਾਨੂੰ ਪਤਾ ਭੈਣ ਭਰਾ ਸਭ ਦੇ ਮੁਲਾਜ਼ਮ ਹੁੰਦੇ ਨੇ, ਤਾਂ ਬਹੁਤ ਔਖਾ ਹੈ, ਬਹੁਤ ਔਖਾ ਹੈ। ਮੈਂ ਤੇ ਏਦਾਂ ਵੇਖਿਆ ਕਿ ਜਿਹੜੀਆਂ ਟੀਚਰਾਂ ਨੇ ਕਈ ਵਿਚਾਰੀਆਂ ਵਿਲਕਦੀਆਂ ਪਈਆਂ। ਇੱਕ ਐਸਾ ਮਾਮਲਾ ਸੀ ਅੱਗੇ ਵੇਖਿਆ ਕਿ ਇੱਕ ਬੀਬੀ ਆਪਦਾ ਜਿਹੜਾ ਬੱਚਾ ਉਹਦਾ ਸਾਲ ਕੇ 1.5 ਸਾਲ ਦਾ 300 ਕਿਲੋਮੀਟਰ ਤੋਂ ਹਿਸਾਬ ਲਾ ਲਓ। ਇੱਕ ਨੌਬਤ ਏਦਾਂ ਦੀ ਆ ਗਈ ਕਿ ਉਹਨੂੰ ਜਾਂ ਤੇ ਨੌਕਰੀ ਛੱਡਣੀ ਪੈਣੀ ਸੀ ਤੇ ਜਾਂ ਆਪਣਾ ਬੱਚਾ ਛੱਡ। ਦੱਸੋ ਹੁਣ ਕੀ ਬੰਦਾ ਚੁਣੇਗਾ। ਇਸ ਤੋਂ ਇਲਾਵਾ ਇੱਕ ਮਾਮਲਾ ਮੈਂ ਇਸ ਤਰ੍ਹਾਂ ਦਾ ਵੇਖਿਆ ਗੁਰਪ੍ਰੀਤ ਕਿ ਇੱਕ ਦਿਵਿਆਂਗ ਬੀਬੀ ਜਿਹੜੀ ਹੈ ਉਹਦੀ ਘਰ ਤੋਂ 70 ਕਿਲੋਮੀਟਰ ਦੂਰ ਉਹ ਬਦਲੀ ਲਈ। ਤੁਸੀਂ ਵੇਖੋ ਕਿੰਨੀ ਗੁਹਾਰ ਲਾਉਂਦੀ ਹੋਏਗੀ। ਇਸ ਤਰ੍ਹਾਂ ਮਤਲਬ ਕਿ ਕਈ ਚੀਜ਼ਾਂ ਹੋ ਜਾਂਦੀਆਂ ਨੇ ਕਿ 70 ਕਿਲੋਮੀਟਰ ਦਾ ਗੇੜਾ ਹੁਣ ਤੁਸੀਂ ਵੇਖੋ। ਫਿਰ ਇਹ ਤੋਂ ਇਲਾਵਾ ਇੱਕ ਜਿੱਦਾਂ ਮੁਕਤਸਰ ਦੀ ਬੀਬੀ ਮੈਂ ਦੇਖੀ ਟੀਚਿੰਗ ਲਾਈਨ 'ਚ, ਉਹਨੂੰ ਤਰਨ ਤਾਰਨ ਸਿੱਟਿਆ ਹੋਇਆ ਤੇ ਉਹਦਾ ਨਿਊ ਬੋਰਨ ਬੇਬੀ ਆ। ਤੁਸੀਂ ਹਿਸਾਬ ਲਾ ਲਓ। ਉਹ ਵੀ ਇੱਥੇ ਵਿਲਕਦੀ ਰਹੀ ਵਿਚਾਰੀ। ਫਿਰ ਉਹਨੇ ਡੈਪੂਟੇਸ਼ਨ ਲਿਆ, ਡੈਪੂਟੇਸ਼ਨ ਐਕਸਟੈਂਡ ਨਹੀਂ ਹੁੰਦਾ ਮੁੜ ਕੇ। ਯਾਨੀ ਇਹ ਬਦਲੀਆਂ ਦਾ ਤਾਂ ਇਹ ਮਾਮਲਾ ਇੰਨਾ ਜ਼ਿਆਦਾ ਹੈ ਕਿ ਜਿਹੜਾ ਕੋਈ ਸਿਫਾਰਿਸ਼ ਪਾ ਲੈਂਦਾ, ਜਿਹਦਾ ਕੋਈ ਹੱਥਾ ਪੈਂਦਾ ਤੇ ਜਾਂ ਜਿਹਦਾ ਕੋਈ ਪੈਸੇ ਧੇਲੇ ਨਹੀਂ ਉਹ ਸੂਤ ਆ, ਉਹ ਸਾਰਾ ਕੁਝ ਹੋ ਜਾਂਦਾ। ਇਹ ਬਾਕੀ ਆਈ ਵਾਸ਼ਡ ਕੰਮ ਆ ਕਿ ਨਹੀਂ ਜੀ ਅਸੀਂ ਹੁਣ ਪੋਰਟਲ ਤੇ ਅਪਲਾਈ ਕਰਾ ਲਿਆ ਜੀ, ਇਹ ਸਭ ਕੁਝ ਨਹੀਂ ਗੁਰਪ੍ਰੀਤ। ਇਹ ਅੰਦਰ ਖਾਤੇ ਬਦਲੀਆਂ ਦਾ ਸਿਸਟਮ ਹੈ। ਹੁਣ ਵਾਲੀ ਸਰਕਾਰ ਦਾ ਨਹੀਂ ਕਹਿ ਰਿਹਾ, ਪਿਛਲੀ ਸਰਕਾਰ ਦੇ ਵਿੱਚ ਵੀ ਆਈ ਹੈ। ਕਿਉਂਕਿ ਸੰਬੰਧਿਤ ਮੰਤਰੀ ਜਿਹੜੇ ਹੁੰਦੇ ਆ ਉਹ ਆਪਦੇ ਐਮਐਲਏਸ ਦਾ ਕਹਿਣਾ ਨਹੀਂ ਮੰਨਦੇ ਤੇ ਫਿਰ ਜਦੋਂ ਬੰਦਾ ਬੇਵੱਸ ਹੋ ਜਾਂਦਾ ਫਿਰ ਕੀ ਕਰੂਗਾ? ਫਿਰ ਉਹ ਦਲਾਲਾਂ ਦੇ ਵੱਸ ਪੈਂਦਾ।
ਤੇ ਇਹ ਆਪਣੇ ਆਪ ਦੇ ਵਿੱਚ ਜ਼ਰੂਰੀ ਹੋ ਜਾਂਦਾ ਹੈ ਕਿ ਟਰਾਂਸਫਰ ਪਾਲਿਸੀ ਜਿਹੜੀ ਹੈ ਉਹ ਓਪਨ ਰੱਖੀ ਜਾਵੇ ਗੁਰਪ੍ਰੀਤ। ਇਹਨੂੰ ਜੀ। ਕਲੋਜ਼ ਕਰਨ ਦਾ ਮਤਲਬ ਹੀ ਨਹੀਂ ਯਾਰ, ਰੂਟੀਨ ਦੇ ਐਂ ਹੀ ਚੱਲਦਾ ਰਿਹਾ ਸਿਸਟਮ। ਜਿਹਨੂੰ ਜ਼ਰੂਰਤ ਹੈ, ਆ ਹੁਣ ਪੁਲਿਸ ਵਾਲੇ ਮੁੰਡੇ ਤੁਸੀਂ ਵੇਖੋ ਕਿ ਨਵੀਂ ਭਰਤੀ ਦੇ ਵਿੱਚ ਪ੍ਰੋਬੇਸ਼ਨ ਤੇ ਮੁੰਡੇ ਚੱਲ ਰਹੇ ਨੇ, ਉਹਨਾਂ ਨੂੰ ਜੀ। ਚੱਕ ਕੇ ਜਿਹੜੇ ਇਧਰ ਸਾਡੇ ਮਤਲਬ ਕਿ ਜ਼ਿਲ੍ਹਿਆਂ ਦੇ ਮੁੰਡੇ ਆ ਉਹਨਾਂ ਨੂੰ ਸਰਹੱਦੀ ਜ਼ਿਲ੍ਹਿਆਂ ਤੇ ਤਾਇਨਾਤ ਕਰ ਦਿੱਤਾ ਇਹਨਾਂ ਨੇ। ਜੀ। ਦੇਖੋ ਤੁਸੀਂ ਹੁਣ ਉਹ ਜਦੋਂ ਤੇ ਇਹੋ ਜਿਹੇ ਹਾਲਾਤ ਨੇ ਤੇ ਉਹ ਵਿਚਾਰੇ ਹੁਣ ਸੋਚ ਰਹੇ ਆ ਕਿ ਯਾਰ ਅਸੀਂ ਨੌਕਰੀ ਛੱਡੀਏ ਕਿ ਘਰ ਜੀ। ਛੱਡੀਏ, ਕੀ ਕਰੀਏ। ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ। ਤੇ ਇਹ ਇੱਕ ਤਾਂ ਓਪਨ ਪਾਲਿਸੀ ਹੋਣੀ ਚਾਹੀਦੀ ਹੈ, ਪਾਰਦਰਸ਼ਤਾ ਹੋਣੀ ਚਾਹੀਦੀ ਹੈ, ਮੈਰਿਟ ਜਿਹੜੀ ਆ ਉਹ ਸਿਰਮੌਰ ਹੋਣੀ ਚਾਹੀਦੀ ਆ, ਤੇ ਬਹੁਤ ਕੁਝ ਵੇਖਣ ਦੀ ਜ਼ਰੂਰਤ ਹੈ। ਨਹੀਂ ਤੇ ਮੁਲਾਜ਼ਮ ਅੱਜ ਗੁਲਾਮ ਬਣ ਗਿਆ, ਸ਼ੋਸ਼ਿਤ ਵਰਗ ਬਣ ਗਿਆ। ਮਾਫ ਕਰਨਾ, ਬਿਲਕੁਲ। ਮੁਲਾਜ਼ਮ ਦਾ ਬਹੁਤ ਸ਼ੋਸ਼ਣ ਹੋ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ। ਜੀ ਗੁਰਪ੍ਰੀਤ। ਬਿਲਕੁਲ। ਆਮ ਆਦਮੀ ਕਲੀਨਿਕ ਜਿਹੜੇ ਨੇ ਉਹਨਾਂ 'ਚ ਜਿੱਦਾਂ ਤੁਸੀਂ ਐਗਜ਼ਾਮਪਲ ਦੇ ਰਹੇ ਸੀ ਕਿਸ ਤਰੀਕੇ ਦੇ ਨਾਲ ਦੂਰ ਦੂਰ ਸਿੱਟਿਆ ਹੋਇਆ ਹੈ ਮੁਲਾਜ਼ਮਾਂ ਨੂੰ। ਆਮ ਆਦਮੀ ਪਾਰਟੀ ਦੇ ਆਮ ਆਦਮੀ ਕਲੀਨਿਕ ਨੇ ਜਿਹੜੇ, ਲੋ ਪਾਰਟੀ ਨਿਕਲੀ ਜਾਂਦਾ ਜੇ ਉਹ ਪਾਰਟੀ ਦੇ ਹੀ ਨੇ ਕਹਿ ਲਓ, ਉਹ ਜਿਹੜੇ ਕਲੀਨਿਕ ਨੇ ਉਹਨਾਂ ਦੀ ਇੱਕ ਕਵਰੇਜ ਕੀਤੀ ਸੀ ਅਸੀਂ ਬੀਤੇ ਦਿਨੀ, ਜਦੋਂ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਸਨ। ਉਦੋਂ ਇੱਕ ਬੀਬੀ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਉਹ ਦੱਸ ਰਹੇ ਸੀ ਕਿ ਮੇਰੇ ਇੱਕ ਛੋਟਾ ਬੱਚਾ ਸੀ ਤੇ ਮੈਨੂੰ ਮੇਰੇ ਘਰ ਤੋਂ 180 ਕਿਲੋਮੀਟਰ ਦੂਰ ਦਿੱਤੀ ਹੋਈ ਹੈ ਡਿਊਟੀ। ਮੈਂ ਥੱਕ ਹਾਰ ਗਈ ਆਪਣੀ ਬਦਲੀ ਦੀ ਕੋਸ਼ਿਸ਼ ਕਰ ਕਰਕੇ। ਉਸ ਤੋਂ ਬਾਅਦ ਉਹ ਕਹਿੰਦੇ ਵੀ ਮੈਨੂੰ ਆਪਣਾ ਬੱਚਾ ਆਪਣੇ ਰਿਸ਼ਤੇਦਾਰਾਂ ਨੂੰ ਗੋਦ ਦੇਣਾ ਪਿਆ। ਇੱਥੋਂ ਤੱਕ ਹਾਲਾਤ ਬਣਦੇ ਨੇ। ਇਹ ਤੁਸੀਂ ਹਾਲਾਤ ਹਿਸਾਬ ਲਾ ਲਓ। ਹਾਂ ਬਿਲਕੁਲ, ਅੰਦਰ ਵੱਢ ਕੇ ਦੇਣ ਵਾਲੀ ਗੱਲ ਆ ਕਿ ਇਹ ਉਹੀ ਹਾਲਾਤ ਨੇ। ਇੱਕ ਹੋਰ ਛੋਟੀ ਜੀ ਜਾਣਕਾਰੀ ਤੁਹਾਡੇ ਤੋਂ ਲੈਣੀ ਹੈ ਵੀ ਜਿਹੜੇ 65,000 ਪੱਕੇ ਕਰਨ ਦੀ ਜਾਂ ਕਹਿ ਲਈਏ ਵੀ ਕੰਟਰੈਕਟ ਤੋਂ ਹਟਾ ਕੇ ਆਪਣੇ ਅੰਡਰ ਲੈਣ ਦੀ ਗੱਲ ਕਰ ਰਹੇ ਨੇ, ਉਹਨਾਂ ਦੇ ਵਿੱਚ ਜਿਹੜੇ ਸੇਵਾ ਕੇਂਦਰਾਂ 'ਚ ਕੰਮ ਕਰ ਰਹੇ ਲੋਕ ਨੇ ਉਹ ਵੀ ਆਉਂਦੇ ਨੇ ਜਾਂ ਫਿਰ ਨਹੀਂ? ਨਹੀਂ, ਮੇਰੇ ਖਿਆਲ ਦੇ ਨਾਲ ਆਊਟਸੋਰਸ ਵਾਲੇ ਸਾਰੇ ਆ ਜਾਣਗੇ, ਲਗਭਗ ਸਾਰੇ ਆ ਜਾਣਗੇ। ਪਰ ਉਹਨਾਂ ਨੂੰ ਰੈਗੂਲਰ ਮੇਰੇ ਖਿਆਲ ਦੇ ਨਾਲ ਕਾਫੀ ਸ਼ਰਤਾਂ ਟਾਈਟ ਨੇ ਇਹਨਾਂ ਦੀਆਂ, ਵੀ ਇੰਨਾ ਚਿਰ ਨੌਕਰੀ ਤੇ ਹੋਣਾ ਚਾਹੀਦਾ ਹੈ। ਤੇ ਦੂਜਾ ਇਹ ਆ ਕਿ ਇਹਦੇ ਤੇ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਕਰਨਗੇ ਗੁਰਪ੍ਰੀਤ, ਉਦੋਂ ਕਹਾਣੀ ਖੁੱਲੇਗੀ, ਕਿਉਂਕਿ ਤੇ ਮਸ਼ਹੂਰੀ ਵਾਸਤੇ ਬਹੁਤ ਕੁਝ ਕਹਿ ਦਿੰਦੇ ਆ। ਕਿ ਰੈਗੂਲਰ ਕਰਨ ਦਾ ਮਤਲਬ ਇਹ ਤੇ ਨਹੀਂ ਕਿ ਵਿੱਚੋਂ ਤੁਸੀਂ ਠੇਕੇਦਾਰ ਹਟਾ ਰਹੇ ਹੋ ਤੇ ਉਹਨਾਂ ਨੂੰ ਉਹੀ ਡੇਲੀ ਬੇਸ ਸਾਰਾ ਕੁਝ ਉਹੀ ਦੇਣਾ ਹੈ ਤੁਸੀਂ। ਇਹ ਵੀ ਤਾਂ ਦੇਖਣ ਵਾਲੀ ਗੱਲ ਹੋਏਗੀ ਨਾ ਕਿ ਜੇ ਤੁਸੀਂ ਵਿੱਚੋਂ ਠੇਕੇਦਾਰ ਨੂੰ ਕੱਢ ਕੇ ਤੁਸੀਂ ਕਹੋ ਕਿ ਸਿੱਧਾ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਛੇਤੀ ਕਿਤੇ ਕੱਢਾਂਗੇ ਨਹੀਂ ਬਿਨਾਂ ਕੋਈ ਨੋਟਿਸ ਦਿੱਤਿਆਂ, ਤਾਂ ਉਹਨੂੰ ਰੈਗੂਲਰ ਕਿਵੇਂ ਮੰਨੋਗੇ ਤੁਸੀਂ? ਬਿਲਕੁਲ ਬਿਲਕੁਲ। ਇਸ ਕਰਕੇ ਹਾਲੇ ਇਹਦੇ ਵਿੱਚ ਝੋਲ ਆ। ਮੇਰੇ ਖਿਆਲ ਦੇ ਨਾਲ ਜਦੋਂ ਨੋਟੀਫਿਕੇਸ਼ਨ ਜਾਰੀ ਹੋਏਗਾ ਤਾਂ ਕਲੀਅਰਿਟੀ ਆਉਣੀ ਹੈ ਇਹਦੇ 'ਚ। ਜੀ ਵੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਬਣਦਾ। ਅੱਗੇ ਵਧੀਏ ਤਾਂ ਝਾੜੂ ਦੀ ਬੇਅਦਬੀ ਦਾ ਕੇਸ ਦਰਜ ਹੋ ਗਿਆ। ਦੇਖੋ ਇਹ ਵੀ ਦਿਨ ਆਉਣੇ ਸੀਗੇ ਨਾ, ਕਦੇ ਆ ਵੀ ਦਿਨ ਵੇਖਣੇ ਸੀ। ਨੀ ਰੁੱਸੀ ਹੋਈ ਤਕਦੀਰ ਵਰਗੇ ਤੇ ਤੇਰੇ ਪਿਆਰ 'ਚ ਸਾਡੇ ਹਾਲਾਤ ਬਣ ਗਏ ਜੰਮੂ ਕਸ਼ਮੀਰ ਵਰਗੇ। ਕੀ ਕਰੀਏ ਦੱਸੋ ਬਈ? ਬੇਅਦਬੀ ਸ਼ਬਦ ਝਾੜੂ ਵਾਸਤੇ ਇਹ ਤੇ ਤੁਹਾਨੂੰ ਪਤਾ, ਮੈਨੂੰ ਲੱਗਦਾ ਹੈ ਕਿ ਇਹ ਤੇ ਅਦਬ ਸ਼ਬਦ ਦੀ ਬੇਅਦਬੀ ਹੈ ਜੀ। ਬਿਲਕੁਲ। ਝਾੜੂ ਦੀ ਬੇਅਦਬੀ ਕਾਹਦੀ ਹੁੰਦੀ ਹੈ ਗੁਰਪ੍ਰੀਤ? ਜੀ ਪਹਿਲਾਂ ਅਦਬ ਹੋਊਗਾ ਝਾੜੂ ਦਾ, ਫੇਰ ਹੀ ਬੇਅਦਬੀ ਹੋਊ। ਗੱਲ ਇਹ ਆ ਕਿ ਜੇ ਇੰਨਾ ਹੀ ਅਦਬ ਆ ਤੇ ਫਿਰ ਝਾੜੂ ਤੇ ਗੋਹੇ 'ਚ ਵੀ ਜਾਂਦਾ ਹੈ, ਝਾੜੂ ਤੇ ਚਿੱਕੜ 'ਚ ਵੀ ਜਾਂਦਾ ਜੀ। ਝਾੜੂ ਤੇ ਮਾਫ ਕਰਨਾ ਰਹਿੰਦੇ, ਝਾੜੂ ਦਾ ਕੰਮ ਹੀ ਗੰਦਗੀ ਸਾਫ਼ ਕਰਨਾ, ਉਹ ਤੇ ਰਹਿੰਦੇ ਹੀ ਗੰਦਗੀ 'ਚ। ਬਿਲਕੁਲ ਕਮਾਲ ਹੋ ਗਈ ਆ। FIR ਦੇ ਵਿੱਚ ਦਰਜ ਇਹੋ ਹੀ ਕੀਤਾ ਗਿਆ ਵਾ ਗੁਰਪ੍ਰੀਤ। ਇਹ ਕੋਈ ਟਾਂਡਾ ਥਾਣੇ ਦਾ ਮਸਲਾ ਹੈ ਜਿੱਥੇ ਸੰਬੰਧਿਤ ਜਿਹੜੀ ਸ਼ਿਕਾਇਤੀ ਧਿਰ ਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਬਰਖਲਾਫ ਖਲੋਤੇ ਸਨ ਇਲੈਕਸ਼ਨ ਦੇ ਵਿੱਚ, ਉਹ ਜਿੱਤ ਕੇ ਬਈ ਏਦਾਂ ਉਦਾਂ ਕਰਦੇ ਸਨ। ਯਾਨੀ ਉਸ ਪਰਚੇ ਦੇ ਵਿੱਚ ਦਰਜ ਹੈ ਕਿ ਇਹਨਾਂ ਨੇ ਝਾੜੂ ਯਾਨੀ ਚੋਣ ਨਿਸ਼ਾਨ ਦੀ ਬੇਅਦਬੀ ਕੀਤੀ ਹੈ। ਦੇਖੋ ਗੱਲਾਂ ਦੋ ਨੇ ਕਿ ਜੇ ਤੇ ਉਹਨਾਂ ਨੇ ਕੋਈ ਅਪਸ਼ਬਦ ਬੋਲਿਆ, ਕੋਈ ਕਿਸੇ ਵੱਲ ਗਲਤ ਇਸ਼ਾਰਾ ਕੀਤਾ, ਕੋਈ ਏਦਾਂ ਉਦਾਂ ਦੀ ਗੱਲ ਕੀਤੀ ਹੈ, ਉਹਦੇ ਤੇ ਕਾਰਵਾਈ ਬਣਨੀ ਚਾਹੀਦੀ ਆ। ਕਾਰਵਾਈ ਜਿਹੜੀ ਹੈ ਬਣਨੀ ਚਾਹੀਦੀ ਹੈ। ਕੋਈ ਉਹਦੇ ਤੇ ਆਪਾਂ ਕੋਈ ਟੀਕਾ ਟਿੱਪਣੀ ਨਹੀਂ ਕਰਦੇ, ਕੋਈ ਸਾਨੂੰ ਕਿਸੇ ਇਸ ਤਰ੍ਹਾਂ ਦੇ ਬੰਦੇ ਨਾਲ ਹਮਦਰਦੀ ਵੀ ਨਹੀਂ ਗੁਰਪ੍ਰੀਤ। ਪਰੰਤੂ ਇਹ ਵਿੱਚ ਝਾੜੂ ਦੀ ਬੇਅਦਬੀ ਦਾ ਮਤਲਬ ਕੀ ਆ? ਕਿ ਤੁਸੀਂ ਕਿੱਦਾਂ ਦਾ ਐਗਜ਼ਾਮਪਲ ਸੈੱਟ ਕਰ ਰਹੇ ਹੋ ਕਿ ਕੱਲ ਨੂੰ ਉਹ ਤੁਹਾਡਾ ਚੋਣ ਨਿਸ਼ਾਨ ਆ, ਤੁਹਾਡੇ ਚੋਣ ਨਿਸ਼ਾਨ ਦੇ ਮੁਤਾਬਕ ਮੰਨ ਲਓ ਕੱਲ ਨੂੰ ਕੋਈ ਪੋਸਟਰ ਪਾੜ ਦਿੰਦਾ ਤੁਹਾਡਾ,
ਬੱਚਾ ਜੀ ਪੋਸਟਰ ਪਾੜ ਦਿੰਦਾ, ਕੀ ਤੁਸੀਂ ਪੋਸਟਰ ਪਾੜਨ ਵਾਲੇ ਬੱਚੇ ਤੇ ਕੇਸ ਦਰਜ ਕਰ ਦਿਓਗੇ? ਹੱਦ ਜੀ ਹੋ ਗਈ ਆ। ਤਾਂ ਮਤਲਬ ਕਿ ਇੰਨਾ ਜ਼ੁਲਮੋ ਸਿਤਮ ਕਰਦੇ ਆ ਕਿ ਗੱਲ ਹੀ ਛੱਡ ਦਿਓ, ਗੱਲ ਹੀ ਛੱਡ ਦਿਓ। ਤੁਸੀਂ ਵੇਖ ਲਓ, ਹਰ ਇੱਕ ਪਰਚੇ ਤੇ ਕੰਟਰੋਵਰਸੀ ਆ ਇਹਨਾਂ ਦੇ, ਹਰ ਇੱਕ ਰਾਜਨੀਤਿਕ ਪਰਚੇ ਤੇ ਕੰਟਰੋਵਰਸੀ ਆ। ਇਹ ਚਲੋ ਹੁਣ ਇਹ ਕਹਿੰਦੇ ਆ ਕਿ ਅਪਸ਼ਬਦ ਬੋਲੇ ਆ ਜੀ, ਫਲਾਣ ਟਮਕਾ, ਤੇ ਜਿਹੜੇ ਇਹਨਾਂ ਦੇ ਬੰਦੇ ਕਰਦੇ ਆ, ਜੀ ਇਹਨਾਂ ਦੇ ਬੰਦਿਆਂ ਨੇ ਤੇ ਅਬੋਹਰ ਦੇ ਵਿੱਚ ਕੀ ਕੀਤਾ ਸੀ, ਤੁਹਾਨੂੰ ਯਾਦ ਹੋਣਾ ਕਿ ਉਹ ਇੱਕ ਇਹਨਾਂ ਦਾ ਹੀ ਆਪਦਾ ਬੰਦਾ ਸੀਗਾ, ਉਹਨਾਂ ਨੇ ਧਰਨਾ ਲਾਇਆ, ਉਹਦੀ ਗੰਦੀ ਚੱਕ ਕੇ ਵੀਡੀਓ ਚਲਾਤੀ ਵੱਡੀ ਸਕਰੀਨ ਤੇ ਇਹਨਾਂ ਦੇ ਬੰਦਿਆਂ ਨੇ। ਲਓ ਉੱਥੇ ਲੇਡੀ ਪੁਲਿਸ, ਉੱਥੇ ਔਰਤ ਪ੍ਰਦਰਸ਼ਨਕਾਰੀ ਵੀ ਆਈਆਂ ਸੀ। ਮਤਲਬ ਕਿ ਕੀ ਕਰਦੇ ਫਿਰਦੇ ਆ, ਸਮਝ ਤੋਂ ਬਾਹਰ ਆ। ਗੁਰਪ੍ਰੀਤ ਇਹਨਾਂ ਦੀ ਕੀ ਫਿਲਮ ਆ, ਸਾਨੂੰ ਤੇ ਕੋਈ ਸਮਝ ਨਹੀਂ ਆਉਂਦੀ। ਕਿਹੜਾ ਇਹਨਾਂ ਦਾ ਸਲਾਹਕਾਰ ਆ, ਕਿਹੜਾ ਅਹਿਲਕਾਰ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਸਲਾਹਾਂ ਦਿੰਦਾ ਹੈ ਕਿ ਯਾਰ ਬੇਅਦਬੀ ਸ਼ਬਦ ਚੁਣਾਵੀ ਸਿੰਬਲ ਦੇ ਨਾਲ ਵੀ ਜੋੜ ਦਿੱਤਾ ਗਿਆ। ਹੱਦ ਹੋ ਗਈ ਆ। ਤੇ ਏਦਾਂ ਤੇ ਬਿਲਕੁਲ ਹੁਣ ਤੁਹਾਨੂੰ ਪਤਾ ਹੀ ਆ, ਜਿੱਤ ਕੇ ਕਈਆਂ ਨੇ ਝਾੜੂ ਖਿਲਾਰਿਆ, ਕਈਆਂ ਨੇ ਬਹੁਤ ਵਾਰ ਸਿੰਬੋਲਿਕਲੀ ਪਾਰਟੀ ਛੱਡਣ ਤੇ ਖਿਲਾਰਿਆ। ਕੀ ਤੁਸੀਂ ਸਾਰਿਆਂ ਤੇ ਤਾਂ ਮੁਕੱਦਮਾ ਦਰਜ ਕਰਦੇ ਚਲੋਗੇ? ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮੇਰੇ ਖਿਆਲ ਦੇ ਨਾਲ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਵੇਖ ਰਹੇ ਆ ਗੁਰਪ੍ਰੀਤ। ਬਿਲਕੁਲ ਇਹਨਾਂ ਦੇ ਤਾਂ ਪੀਏ ਜਾਂ ਡਰਾਈਵਰ ਜਿਹੜੇ ਨੇ ਉਹ ਗੰਦੇ ਗੰਦੇ ਇਸ਼ਾਰੇ ਕਰ ਜਾਂਦੇ ਨੇ ਧਰਨਾਕਾਰੀਆਂ ਨੂੰ, ਉੱਥੇ ਕੋਈ ਕਾਰਵਾਈ ਨਹੀਂ। ਅੱਜ ਅਸੀਂ ਟਾਂਡੇ ਵਿੱਚ ਹੀ ਸੀ, ਇਸੇ ਖਬਰ ਦੇ ਬਾਬਤ ਉੱਥੇ ਪਹੁੰਚੇ ਸੀ ਤੇ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ। ਉਹ ਕਹਿੰਦੇ ਵੀ ਇਹ ਕਲੈਰੀਕਲ ਮਿਸਟੇਕ ਹੈ, ਜਿੱਦਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਉਸ ਸੰਬੰਧਿਤ ਧਿਰ ਨੇ ਕੰਪਲੇਂਟ, ਤੇ ਸਾਡੇ ਵੱਲੋਂ ਡੀਡੀਆਰ ਉਸੇ ਤਰੀਕੇ ਦੇ ਨਾਲ ਲਿਖ ਦਿੱਤੀ ਗਈ। ਇਹਦੇ ਵਿੱਚ ਕਹਿੰਦੇ ਵੀ ਬੇਅਦਬੀ ਵਾਲੀ ਗੱਲ ਕੋਈ ਨਹੀਂ ਹੈਗੀ, ਵੀ ਇਹਨੂੰ ਸਾਡੇ ਤੱਕ ਕਹਿੰਦੇ ਅਪਰੋਚ ਕਰੋ। ਪਹਿਲਾਂ ਤਾਂ ਉਹਨਾਂ ਨੇ ਇਹ ਗਿਲਾ ਕੀਤਾ ਵੀ ਭਾਈ ਸਾਨੂੰ ਪੁੱਛਦਾ ਹੀ ਨਹੀਂ ਕੋਈ ਪੁਲਿਸ ਵਾਲਿਆਂ ਨੂੰ, ਵੀ ਉਹ ਜਿਹੜਾ ਕਹਿੰਦਾ ਉਹ ਬੇਅਦਬੀ ਕਹਿ ਕੇ ਲਿਖੀ ਜਾਂਦਾ, ਬੇਅਦਬੀ ਕਹਿ ਕੇ ਲਿਖੀ ਜਾਂਦਾ। ਵੀ ਫਿਰ ਮੈਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਭਾਈ ਇਦਾਂ ਤਾਂ ਸ਼ਿਕਾਇਤ 'ਚ ਕੁਝ ਵੀ ਲਿਖ ਕੇ ਕੋਈ ਦੇ ਦੂਗਾ, ਤੁਸੀਂ ਸੇਮ ਵਰਡਿੰਗ ਛਾਪੋਗੇ ਉਸ ਤੇ? ਉਹ ਕਹਿੰਦੇ ਨਹੀਂ ਜਨਾਬ ਏਦਾਂ ਨਹੀਂ ਹੁੰਦਾ, ਉਹ ਸੰਬੰਧਿਤ ਲੜਕੇ ਨੂੰ ਮੈਂ ਪੁੱਛ ਰਿਹਾ ਵੀ ਭਾਈ ਇਹ ਜਿਹੜੀ ਮਿਸਟੇਕ ਹੋਈ ਹੈ ਇਹ ਕਿੱਦਾਂ ਹੋਈ ਹੈ, ਅਸੀਂ ਕਰ ਰਹੇ ਹਾਂ ਗੱਲ ਉਸ ਦੇ ਉੱਪਰ। ਨਹੀਂ, ਮਿਸਟੇਕ ਤੇ ਤੁਹਾਡੇ ਤੋਂ ਹੋਈ ਹੈ, ਮਿਸਟੇਕ ਤੁਹਾਡੇ ਤੋਂ ਹੋਈ ਹੈ, ਤੇ ਮਿਸਟੇਕ ਨੂੰ ਕਲੀਅਰ ਤੁਸੀਂ ਕਰੋ, ਕਰੈਕਟ ਤੁਸੀਂ ਕਰੋ। ਬਿਲਕੁਲ। ਤੇ ਤੁਸੀਂ ਕਹਿ ਰਹੇ ਹੋ ਕਿ ਦੂਜੇ ਲਿਖ ਰਹੇ ਆ, ਕਿਉਂਕਿ ਉਸ ਸ਼ਿਕਾਇਤ ਦੇ ਵਿੱਚ ਮੇਰੇ ਕੋਲ ਕਾਪੀ ਹੈ ਉਸ ਸ਼ਿਕਾਇਤ ਦੀ, ਉਹਦੇ ਵਿੱਚ ਇਹ ਸ਼ਬਦ ਇਸਤੇਮਾਲ ਕੀਤਾ ਗਿਆ ਜੀ ਜੋ ਇਹਨਾਂ ਨੇ ਦਰਜ ਕੀਤੀ ਹੈ। ਤਾਂ ਦਰਜ ਤੁਸੀਂ ਕਰੋ ਤੇ ਕਹੋ ਕਿ ਦੂਜੇ ਲਿਖਦੇ ਕਿਉਂ? ਇਹ ਕਿਹੜਾ ਪੁਲਿਸ ਵਾਲਾ ਇਹੋ ਜਿਹੀ ਸ਼ਿਕਾਇਤ ਲਿਖਦਾ ਪਿਆ ਜਿਹਨੂੰ ਬੇਅਦਬੀ ਸ਼ਬਦ ਦੇ ਮਾਇਨੇ ਨਹੀਂ ਪਤਾ? ਤਾਂ ਆਪਣੇ ਆਪ ਦੇ ਪ੍ਰੈਸ ਵਾਲਿਆਂ ਤੇ ਗਿਲਾ ਕਰੀ ਜਾਂਦੇ ਨੇ ਜੀ। ਆਪਣੇ ਕੋਲ ਸਾਥੀ ਨੇ, ਸੀਨੀਅਰ ਸਾਥੀ ਨੇ ਚੰਡੀਗੜ੍ਹ ਤੋਂ ਪੱਤਰਕਾਰ, ਉਹ ਚੰਗੀ ਭੂਮਿਕਾ ਨਿਭਾਉਂਦੇ ਨੇ, ਉਹਨਾਂ ਦਾ ਨਾਮ ਲੈ ਕੇ ਉਹ ਯਾਰ ਉਹ ਬੰਦੇ ਨੇ ਉਹ ਮੇਰਾ ਅਬਾਗੌਨ ਇਸ ਕਹਿੰਦੇ ਵੀ ਇਹਦੇ ਤੇ ਟਾਈਮ ਜ਼ਾਇਆ ਕਰੀ ਜਾਂਦੇ ਨੇ, ਬੇਅਦਬੀ ਕਹਿ ਕੇ ਵੱਡੀਆਂ ਵੱਡੀਆਂ ਖਬਰਾਂ ਚਲਾਈ ਜਾਂਦੇ ਨੇ। ਮੇਰੇ ਕੋਲ ਨੰਬਰ ਨਹੀਂ ਹੈਗਾ, ਕਹਿੰਦੇ ਜੀ ਮੈਂ ਤਾਂ ਫਲਾਣੇ ਜਰਨਲਿਸਟ ਨੂੰ ਫੋਨ ਕਰਨਾ, ਉਹਨੂੰ ਪੁੱਛਣਾ ਵੀ ਭਾਈ ਤੁਸੀਂ ਐਂ ਕਿਉਂ ਕਰਦੇ ਹੋ, ਫਲਾਨਾ ਕਿਉਂ ਕਰਦੇ ਹੋ। ਅੱਛਾ ਜੀ, ਕਿ ਵਾਹ ਬਈ ਵਾਹ, ਗਲਤੀਆਂ ਤੁਸੀਂ ਕਰੋ, ਆਪ ਤੁਸੀਂ ਮੰਨੋ, ਤੇ ਜਰਨਲਿਸਟ ਐ ਨਾ ਕਰਨ। ਬਈ ਤੁਹਾਡੀਆਂ ਇਹ ਖਬਰਾਂ ਛੋਟੀਆਂ ਨੇ ਤੁਹਾਡੀ ਨਜ਼ਰ ਦੇ ਵਿੱਚ? ਤੁਸੀਂ ਗੰਦ ਪਾ ਦਿੰਦੇ ਹੋ, ਤੁਸੀਂ ਏਦਾਂ ਇੱਕ ਤਰਫਾ ਚੱਲਦੇ ਹੋ, ਪੁਲਿਸ ਨੂੰ ਤੁਸੀਂ ਬਣਾਤਾ ਮਜ਼ਾਕ, ਤੁਸੀਂ ਰਲ ਕੇ ਰਾਜਨੀਤਿਕ ਬੰਦਿਆਂ ਦੇ ਥੱਲੇ ਲੱਗ ਕੇ, ਤੇ ਜਰਨਲਿਸਟ ਤੁਹਾਡੀ ਗੱਲ ਵੀ ਨਾ ਕਰਨ। ਜਰਨਲਿਸਟ ਹੋਰ ਕੀ ਕਰਨ? ਤੁਹਾਡੇ ਵਾਂਗੂ ਇਹਨਾਂ ਦਾ ਪਟਾ ਪਵਾ ਲੈਣ ਗੱਲ ਦੇ ਵਿੱਚ, ਉਹ ਠੀਕ ਆ। ਉੱਪਰੋਂ ਉਹ ਜਿਹੜਾ ਬੱਚਾ ਹੈ ਜਿਹੜਾ ਅਰਸ਼ਦੀਪ ਸਿੰਘ, ਜਿਹਨੂੰ 2 ਦਿਨ ਜੇਲ੍ਹ 'ਚ ਰਹਿਣਾ ਪਿਆ ਹਾਰਡਕੋਰ ਕ੍ਰਿਮੀਨਲਾਂ ਦੇ ਨਾਲ, ਉਹਦੇ ਮਾਂ ਤੇ ਪੇ ਦੋਨੋਂ ਹੀ ਵਿਚਾਰੇ ਬਿਮਾਰ ਨੇ, ਉਹ ਮੰਜੇ ਤੇ ਨੇ, ਤੇ ਉਹ ਕਿਤਾਬਾਂ ਦਾ ਕਾਰੋਬਾਰ ਕਰਦੇ ਨੇ, ਤੇ ਉਹ ਵਿਚਾਰਾ ਕੱਲਾ ਸਹਾਰਾ ਸੀ ਪਰਿਵਾਰ ਦਾ। ਤੇ ਜਿਹੜੇ ਰਾਜਾ ਗਿੱਲ ਹੋਣੀ ਨੇ ਐਮਐਲਏ ਨੇ, ਉੱਥੋਂ ਵੀਡੀਓ ਪਾ ਕੇ ਕਹਿੰਦੇ ਨੇ ਵੀ ਜਿੰਨੇ ਮਰਜ਼ੀ ਧਰਨੇ ਲਾ ਲਓ, ਜਿਹੜਾ ਇਦਾਂ ਖਰਾਬੀ ਕਰੂਗਾ ਉਹ ਤਾਂ ਜੇਲ੍ਹ ਹੀ ਜਾਊਗਾ, ਉਹਦੇ ਤੇ ਕਾਰਵਾਈ ਹੀ ਹੋਊਗੀ, ਇਹਦੇ 'ਚ ਕੋਈ ਕਹਿੰਦੇ ਅਸੀਂ ਰਹਿਤ ਨਹੀਂ ਦੇਣੀ, ਕੋਈ ਕੁਛ ਨਹੀਂ ਕਰਨੀ। ਹਾਲਾਂਕਿ ਰਾਜਾ ਗਿੱਲ ਹੋਣਾ ਦੇ ਹੀ ਬੰਦਿਆਂ ਨੇ, ਕੁਝ ਹੋਰ ਪਾਰਟੀ ਜਿਹੜੇ ਦੂਜੀ ਪਾਰਟੀ ਦੇ ਧਿਰ ਦੇ ਹਾਰੇ ਹੋਏ ਬੰਦੇ ਸੀ, ਉਹਨਾਂ ਦਾ ਕਿਸੇ ਦਾ ਨਾਮ ਹਲਦੀ ਸੀ, ਉਹਦੇ ਘਰ ਦੇ ਜਾ ਕੇ ਅੱਗੇ ਹਲਦੀ ਖਿਲਾਰੀ, ਨਾਲੇ ਗਾਲਾਂ ਕੱਢੀਆਂ, ਉਸ ਦੀ ਕੋਈ ਕੰਪਲੇਂਟ ਦਰਜ ਨਹੀਂ ਕੀਤੀ ਗਈ। ਹਾਲਾਂਕਿ ਉਹਨਾਂ ਦੇ ਵੱਲੋਂ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਕਹਿੰਦੇ ਕੰਪਲੇਂਟ ਨਹੀਂ ਦਰਜ ਕੀਤੀ ਉਹਨਾਂ ਦੀ। ਵੀ ਇਹ ਕਿਹੜੀ ਗੱਲ ਹੁੰਦੀ, ਕਹਿੰਦੇ ਜਸ਼ਨ ਮਨਾਉਂਦੇ ਸੀ। ਹਾਂ, ਤੁਸੀਂ ਦੇਖ ਲਓ ਵੀ ਉਹਦੇ ਤੇ ਤੁਸੀਂ ਪਰਚਾ ਦਰਜ ਕਰ ਦਿੱਤਾ ਹੈ, ਤੇ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ। ਕਮਾਲ ਦੀ ਗੱਲ ਹੈ। ਇਹੀ ਤੇ ਫਿਰ ਗੱਲਾਂ ਹਾਲੇ ਪੱਤਰਕਾਰਾਂ ਨੂੰ ਲਾਂਭਾ ਦੇਈ ਜਾਂਦੇ ਨੇ ਵੀ ਕੀ ਕਰਨ, ਪੱਤਰਕਾਰ ਕੀ ਕਰਨ, ਦੱਸੋ। ਇਹ ਹਾਲ ਹੈ ਜੀ। ਖੈਰ, ਇਸ ਤੋਂ ਅੱਗੇ ਆਪਾਂ ਵੱਧਦੇ ਹਾਂ ਤਾਂ ਸਪੋਰਟਸ ਵੈਲਫੇਅਰ ਬੋਰਡ ਦਾ ਗਠਨ ਹੋਇਆ, ਤੇ ਗਠਨ ਕਰਦਿਆਂ ਹੀ ਜਿਹੜੇ ਬਿਠਾਏ ਗਏ ਨੇ ਚੇਅਰ ਤੇ ਜਨਾਬ, ਉਹ ਵੀ ਧਾਕੜ ਨੇ ਵੈਸੇ। ਜੱਸਾ ਪੱਟੀ ਜੀ ਜੀ ਦੇਖੋ,
ਇਹ ਸਪੋਰਟਸ ਵੈਲਫੇਅਰ ਬੋਰਡ ਜਿਹੜਾ ਹੈ ਉਹ ਇਹਨਾਂ ਨੇ ਕਾਇਮ ਕਰ ਦਿੱਤਾ, ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹਦੇ ਵਿੱਚ ਜੱਸਾ ਪੱਟੀ ਚੇਅਰਮੈਨ ਆ, ਮੈਂਬਰ ਲਾ ਦਿੱਤੇ ਗਏ ਨੇ ਜਿੱਦਾਂ ਗਗਨਦੀਪ ਬਰਾੜ, ਮਨਪ੍ਰੀਤ, ਵਿੱਕੀ ਘਨੌਰ, ਇਸ ਤਰ੍ਹਾਂ ਅਮਨਦੀਪ, ਬੁੱਧ ਸਿੰਘ, ਸੋਨੀਆ, ਪਵਨ ਸ਼ਰਮਾ ਜੀ। ਇਹਦਾ ਮਤਲਬ ਕਿ ਗੱਲ ਇਹ ਆ ਕਿ ਠੀਕ ਆ, ਇਹ ਸਪੋਰਟਸ ਵੈਲਫੇਅਰ ਦਾ ਮਤਲਬ ਤੇ ਹੁੰਦਾ ਹੈ ਕਲਿਆਣ ਜੀ, ਕਿ ਜੇ ਤੇ ਸਪੋਰਟਸ ਦਾ ਕਲਿਆਣ ਕਰੇ ਬੋਰਡ ਤੇ ਠੀਕ ਆ ਗੁਰਪ੍ਰੀਤ, ਪਰ ਜੇ ਕਲਿਆਣ ਕਰਨ ਦੀ ਥਾਂ ਤੇ ਇਹ ਸਪੋਰਟਸ ਵੈਲਫੇਅਰ ਬੋਰਡ ਬਣਾ ਕੇ ਤੁਸੀਂ ਚੇਅਰਮੈਨ ਨੂੰ ਇੱਕ ਦਫ਼ਤਰ ਦੇ ਦਿਓ ਤੇ ਨਾਲ ਦੇ ਦਿਓ ਇੱਕ ਕਾਰ ਝੰਡੀ ਵਾਲੀ। ਜੱਸਾ ਪੱਟੀ ਮੇਰਾ ਮਿੱਤਰ ਹੈ ਜੀ, ਪਰ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਦੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਆਉਂਦੇ, ਕੋਈ ਯਾਰ ਨਹੀਂ ਜੀ, ਉਦੋਂ ਸਿਰਫ ਪੰਜਾਬ ਹੀ ਬਚਦਾ। ਕਿ ਅੱਗੇ 36 ਇਸ ਤਰ੍ਹਾਂ ਦੇ ਬੋਰਡ ਬਣੇ ਨੇ। ਆ ਜੀ ਆਲੂ ਦਾ ਬੋਰਡ ਆ, ਇਹ NRI ਭਲਾਈ ਦਾ ਬੋਰਡ ਆ। ਕਿਹੜੀਆਂ ਭਲਾਈਆਂ ਕਰਦੇ ਨੇ ਇਹ ਜੀ? ਗਊ ਸੇਵਾ ਕਮਿਸ਼ਨ ਆ। ਬਲਕਿ ਬਰਾਬਰ ਤਾਂ ਤੁਸੀਂ ਦੇਖ ਕੇ ਉੱਥੇ ਐਡਾ ਮੇਜ਼, ਕੁਰਸੀ, ਸਟਾਫ, ਝੰਡੀ ਵਾਲੀ ਕਾਰ, ਤੇ ਜੇ ਉਹਨਾਂ ਨੂੰ ਕਰਨ ਕੱਖ ਨਾ ਦਿੱਤਾ, ਜੀ, ਸਿਰਫ ਤੇ ਸਿਰਫ ਤੁਸੀਂ ਸ਼ਮੂਲੀਅਤ ਕਰਵਾਈ ਇੱਕ ਫਾਰਮੈਲਿਟੀ ਬਣਾ ਕੇ, ਤੇ ਫਿਰ ਉਹਦਾ ਫਾਇਦਾ ਕੀ ਆ? ਉਹ ਤੇ ਉਲਟਾ ਨੁਕਸਾਨ ਹੈ ਨਾ। ਉਹ ਕਲਿਆਣ ਨਹੀਂ, ਫਿਰ ਉਹ ਨੁਕਸਾਨ ਆ। ਸੋ ਜੇ ਕਲਿਆਣ ਕਰਨਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਬਿਹਤਰ ਆ। ਤੇ ਜੱਸੇ 'ਚ ਹੈਗਾ, ਜੱਸੇ 'ਚ ਪੋਟੈਂਸ਼ੀਅਲ ਵੀ ਹੈਗਾ ਹੈ, ਜੱਸੇ 'ਚ ਕਹਿ ਲੋ ਕਿ ਦ੍ਰਿੜ ਇੱਛਾ ਵੀ ਹੈਗੀ ਆ। ਪਰ ਜੇ ਮੌਕਾ ਮਿਲੇਗਾ ਤੇ ਫੇਰ ਹੀ ਆ ਨਾ। ਜੀ, ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਪੁਲਿਸ ਦੇ ਪਰਚੇ ਨੂੰ ਸਾਬਕਾ CMD ਵੱਲੋਂ ਚੁਣੌਤੀ ਦਿੱਤੀ ਗਈ ਹੈ ਜੀ। ਦੇਖੋ, CMD ਵਾਲਾ ਮਸਲਾ ਇਹ ਆ ਕਿ ਪਿਛਲੇ ਦਿਨੀ ਜਿਹੜੇ ਚੌਧਰੀ ਸਾਹਿਬ ਸੀ, KD ਚੌਧਰੀ, ਉਹਨਾਂ ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਇਸ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਹੈ ਤੇ ਯਾਨੀ ਜਿਹੜਾ ਇਹ ਪਰਚਾ ਹੈ ਇਸ ਨੂੰ ਉਹਨਾਂ ਨੇ ਗਲਤ ਕਰਾਰ ਦਿੱਤਾ ਹੈ। ਦੇਖੋ, ਇਹ ਉਹੀ ਮੈਂ ਗੱਲ ਕਰ ਰਿਹਾ ਨਾ ਕਿ ਇਹਨਾਂ ਦੇ ਹਰ ਪਰਚੇ ਤੇ ਕੰਟਰੋਵਰਸੀ ਆ, ਹਰ ਪਰਚੇ ਤੇ ਇਹਨਾਂ ਤੇ ਕਿਤੇ ਨਾ ਕਿਤੇ ਰੌਲੇ ਰੱਪੇ ਆ। ਜੇ ਹਾਈ ਕੋਰਟ ਦੇ ਵਿੱਚ ਇਹ ਪਰਚਾ ਵੀ ਡਿੱਗ ਪਿਆ ਤੇ ਪੱਲੇ ਕੀ ਰਵੇਗਾ? ਤੁਸੀਂ ਆਪ ਸੋਚ ਕੇ ਦੇਖੋ, ਕਿੱਡਾ ਤਗੜਾ ਪਰਚਾ ਕੱਟਿਆ ਇਹਨਾਂ ਨੇ। ਹੁਣ ਜੇ ਕੋਈ ਚੈਲੰਜ ਕਰਦਾ, ਉਹਦੇ ਗਰਾਊਂਡਸ ਜਿਹੜੇ ਆ ਉਹ ਜੇ ਮੰਨੇ ਜਾਂਦੇ ਆ ਜਾ ਕੇ, ਤੇ ਮੇਰੇ ਖਿਆਲ ਦੇ ਨਾਲ ਇਹ ਬਹੁਤ ਫਜ਼ੀਅਤ ਹੋਏਗੀ ਗੁਰਪ੍ਰੀਤ ਇਹਨਾਂ ਦੀ ਆਉਣ ਵਾਲੇ ਦਿਨਾਂ 'ਚ। ਜੀ ਬਿਲਕੁਲ। ਸੋ ਵੇਖਦੇ ਹਾਂ ਬਣਦਾ ਕੀ ਹੈ। ਇੱਥੇ ਹੀ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।